ਜਿਹੜੇ ਗੈਂਗਸਟਰਸ ਬਾਹਰ ਬੈਠੇ ਹੈਗੇ ਉਹ ਆਪਣੇ ਆਪ ਨੂੰ ਮਹਿਫੂਜ਼ ਨਾ ਸਮਝਣ। ਅੱਜ ਤੋਂ ਅਸੀਂ ਸੀਐਮ ਸਾਹਿਬ ਦੀ ਆਦੇਸ਼ਾਂ ਦੇ ਮੁਤਾਬਿਕ ਗੈਂਗਸਟਰਾਂ ਤੇ ਵਾਰ ਕਰ ਰਹੇ ਹਾਂ। ਇੱਕ ਵਾਰ ਔਨ ਗੈਂਗਸਟਰਸ ਇਜ਼ ਬੀਇੰਗ ਡਿਕਲੇਅਰਡ। ਇਹ ਜਿਹੜੇ 60 ਬੰਦੇ ਬਾਹਰ ਬੈਠੇ ਹੈ, ਇਹਨਾਂ ਦੇ ਵਿੱਚੋਂ 23 ਦੇ ਆਲਰੇਡੀ ਜਾਂ ਆਰਸੀਐਨ ਇਸ਼ੂ ਹੋ ਗਏ ਹੈਗੇ ਜਾਂ ਦੇ ਆਰ ਇਨ ਦਾ ਪ੍ਰੋਸੈਸ ਆਫ ਬੀਇੰਗ ਇਸ਼ੂਡ। ਜਿਹੜੇ ਬਾਕੀ 37 ਰਹਿੰਦੇ ਹੈਗੇ ਇਨ ਦਾ ਨੈਕਸਟ 3 ਮੰਥਸ ਅਸੀਂ ਇਹਨਾਂ ਸਾਰਿਆਂ ਦੇ ਰੈਡ ਨੋਟਿਸਸ ਇਸ਼ੂ ਕਰਾਂਗੇ ਤੇ ਉਹਨਾਂ ਨੂੰ ਵਾਪਸ ਇੰਡੀਆ ਲਿਆਉਣ ਦੀ ਜਿਹੜੀ ਹੈਗੀ ਅਸੀਂ ਉਪਰਾਲੇ ਕਰਾਂਗੇ। ਇੱਕ ਕਲੀਅਰ ਮੈਸੇਜ ਹੈਗਾ ਪੰਜਾਬ ਸਰਕਾਰ ਵੱਲੋਂ, ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਵੱਲੋਂ, ਪੰਜਾਬ ਪੁਲਿਸ ਵੱਲੋਂ, ਪੰਜਾਬ ਦੇ ਵਿੱਚ ਹੁਣ ਗੈਂਗਸਟਰਸ ਮਹਿਫੂਜ਼ ਨਹੀਂ ਹੈ। ਯੁੱਧ ਨਸ਼ਾ ਵਿਰੁੱਧ ਜਿਹੜਾ ਅਭਿਆਨ ਸ਼ੁਰੂ ਕੀਤਾ ਸੀ, ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇੱਕ ਬਹੁਤ ਕਾਮਯਾਬ ਤੇ ਇਫੈਕਟਿਵ ਕੈਂਪੇਨ ਡਰੱਗ ਟ੍ਰੈਫਿਕਿੰਗ ਦੇ ਅਗੇਂਸਟ ਕੀਤਾ ਗਿਆ, ਜਿਹੜਾ ਇਹ ਹੋਲ ਆਫ ਦੀ ਗਵਰਨਮੈਂਟ ਅਪਰੋਚ ਜਿਸ ਦੇ ਵਿੱਚ ਸੀਗੀ। ਤੇ ਐਨਫੋਰਸਮੈਂਟ ਸਾਈਟ ਤੇ ਹੁਣ ਤੱਕ 31,527 FIRਾਂ ਦਰਜ ਹੋ ਚੁੱਕੀ ਹੈ। 45,251 ਮੁਲਜ਼ਮ ਇਹਦੇ ਵਿੱਚ ਅਰੈਸਟ ਹੋਏ ਹੈਗੇ। ਤੇ ਇਸ ਦਾ ਇੰਪੈਕਟ ਜਿਹੜਾ ਇੱਕ ਮੇਜਰ ਡੀਗ੍ਰੇਡੇਸ਼ਨ ਜਿਹੜੇ ਡਰੱਗ ਟ੍ਰੈਫਿਕਿੰਗ ਨੈਟਵਰਕਸ ਦਾ ਹੋਇਆ ਹੈਗਾ। ਤੇ ਇਸ ਤੋਂ ਨਾਲ ਹੀ ਨਾਲ ਕਾਫੀ ਜਿਹੜਾ ਹੈਗਾ ਡਰੱਗ ਦੀ ਸਪਲਾਈ ਦਾ ਫਰਕ ਪਿਆ ਹੈਗਾ ਗਰਾਊਂਡ ਲੈਵਲ ਤੇ। ਪੰਜਾਬ ਸਰਕਾਰ ਦੀ ਪ੍ਰਾਇਰਟੀ ਨਸ਼ਿਆਂ ਦੇ ਨਾਲ ਨਾਲ ਗੈਂਗਸਟਰਿਜ਼ਮ ਵੀ ਇੱਕ ਟੌਪ ਪ੍ਰਾਇਰਟੀ ਰਹੀ ਹੈਗੀ। ਤੇ ਪੰਜਾਬ ਸਰਕਾਰ ਦੀ ਸੀਐਮ ਸਾਹਿਬ ਦੀ ਜ਼ੀਰੋ ਟੋਲਰੈਂਸ ਪਾਲਿਸੀ ਸ਼ੁਰੂ ਤੋਂ ਰਹੀ ਹੈ। ਤੇ ਪਿਛਲੇ ਸਾਲਾਂ ਦੇ ਵਿੱਚ ਅਸੀਂ ਕਾਫੀ ਜਿਹੜਾ ਹੈਗਾ ਕੰਸਰਟਡ ਐਕਸ਼ਨ ਜਿਹੜਾ ਗੈਂਗਸਟਰਸ ਦੇ ਖਿਲਾਫ ਹੋਇਆ ਹੈ। ਜਿਵੇਂ ਈਅਰ ਅੰਡਰ ਪੀਸੀ 'ਚ ਮੈਨੂੰ ਯਾਦ ਹੈ ਅਸੀਂ ਦੱਸਿਆ ਸੀ 992 ਗੈਂਗਸਟਰ ਅਸੀਂ 2025 ਵਿੱਚ ਅਰੈਸਟ ਕੀਤੇ ਸੀਗੇ। ਤੇ ਹਾਲ ਦੇ ਵਿੱਚ ਜਿਹੜੇ 2 ਕੇਸ ਹੋਏ ਸੀਗੇ ਜਿੱਥੇ ਅੰਮ੍ਰਿਤਸਰ ਦੇ ਵਿੱਚ ਸਰਪੰਚ ਦਾ ਮਰਡਰ ਹੋਇਆ ਸੀ, ਉਸ ਤੋਂ ਪਹਿਲੇ 15 ਦਸੰਬਰ ਮੋਹਾਲੀ ਜਿਹੜਾ ਇੱਕ ਕਬੱਡੀ ਪ੍ਰਮੋਟਰ ਦਾ ਮਰਡਰ ਹੋਇਆ ਸੀਗਾ। ਇਹ ਦੋਵੇਂ ਕੇਸ ਜਿਹੜੇ ਅਸੀਂ ਵਰਕਆਊਟ ਕਰ ਲਏ ਇੰਟਰ ਸਟੇਟ, ਜਿਵੇਂ ਅਸੀਂ ਪ੍ਰੈਸ ਨਾਲ ਸਾਂਝੀ ਕਰ ਚੁੱਕੇ ਹਾਂ ਗੱਲ ਕਿ ਇੰਟਰ ਸਟੇਟ ਚੇਜ਼ ਇੱਕ ਬਹੁਤ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਹੋਈ ਸੀ। ਤੁਹਾਨੂੰ ਯਾਦ ਹੋਊਗਾ ਉਦੋਂ ਸੀਐਮ ਸਾਹਿਬ ਦੇ ਵੀ ਇੱਕ ਪ੍ਰੈਸ ਨੋਟ ਸੀਐਮ ਸਾਹਿਬ ਨੇ ਇਸ਼ੂ ਕੀਤਾ ਸੀਗਾ ਕਿ ਮੈਂ ਕੇਸ ਨੂੰ ਮੋਨੀਟਰ ਕਰ ਰਿਹਾ ਤੇ ਪੁਲਿਸ ਨੂੰ ਛੇਤੀ ਜਿਹੜਾ ਰਿਜ਼ਲਟ ਦੇਣ ਲਈ ਕਿਹਾ ਗਿਆ ਸੀਗਾ। ਇਸ ਮੋਨੀਟਰਿੰਗ ਦੇ ਦੌਰਾਨ ਮੈਂ ਦੱਸਣਾ ਚਾਹੂੰਗਾ ਕਿ ਬਹੁਤ ਰੈਗੂਲਰ ਤੌਰ ਤੇ ਇਨਫੈਕਟ ਦਿਨ 'ਚ 2 ਵਾਰੀ ਅਸੀਂ ਇਸ ਕੇਸ ਦੀ ਪ੍ਰੋਗਰੈਸ ਜਿਹੜੀ ਇਨ ਕੇਸਾਂ ਦੀ ਸੀਐਮ ਸਾਹਿਬ ਨੂੰ ਦੱਸਦੇ ਸੀਗੇ ਤੇ ਅਪਡੇਟਸ ਲੈਂਦੇ ਸੀ। ਉਸ ਤੋਂ ਬਾਅਦ ਬ੍ਰੇਨਸਟੋਰਮਿੰਗ ਦੇ ਨਾਲ ਇੱਕ ਸਟ੍ਰੈਟਜੀ ਬਣੀ ਹੈ ਕਿ ਜਿਹੜੀ ਸੀਐਮ ਸਾਹਿਬ ਨੇ ਜਿਹੜੀ ਭਾਰਤ ਦੇ ਹਰ ਕੋਨੇ ਤੋਂ ਜਾਂ ਦੇਸ਼ ਤੋਂ ਬਾਹਰ ਵੀ ਉਹ ਜਿਹੜੇ ਪਰਪੈਟਰੇਟਰਸ ਹੈਗੇ, ਜਿਹੜੇ ਗੈਂਗਸਟਰਸ ਹੈਗੇ, ਉਹਨਾਂ ਨੂੰ ਅਸੀਂ ਫੜ ਕੇ ਲਾਵਾਂਗੇ ਸੋ ਦੈਟ ਦੇ ਫੇਸ ਦੀ ਲਾਅ। ਸੋ ਹੁਣ ਜਿਹੜਾ ਹੈਗਾ ਆਫਟਰ ਲੋਟ ਆਫ ਬ੍ਰੇਨਸਟੋਰਮਿੰਗ ਅਸੀਂ ਇੱਕ ਸਟ੍ਰੈਟਜੀ ਤਿਆਰ ਕੀਤੀ ਹੈਗੀ ਕਿ ਅੱਜ ਤੋਂ ਅਸੀਂ ਸੀਐਮ ਸਾਹਿਬ ਦੀ ਆਦੇਸ਼ਾਂ ਦੇ ਮੁਤਾਬਿਕ ਗੈਂਗਸਟਰਾਂ ਤੇ ਵਾਰ ਕਰ ਰਹੇ ਹਾਂ। ਇੱਕ ਵਾਰ ਔਨ ਗੈਂਗਸਟਰਸ ਇਜ਼ ਬੀਇੰਗ ਡਿਕਲੇਅਰਡ ਤੇ ਜਿਸ ਦੇ ਵਿੱਚ ਜਿਹੜੇ ਸਾਡੇ 3 ਟੀਚੇ ਹੈਗੇ ਕਿ ਪੰਜਾਬ ਦੇ ਵਿੱਚ ਕੋਈ ਥਾਂ ਅਸੀਂ ਨਹੀਂ ਛੱਡਾਂਗੇ ਗੈਂਗਸਟਰਸ ਲਈ। ਪੂਰੇ ਪੰਜਾਬ ਦੇ ਵਿੱਚ ਗੈਂਗਸਟਰ ਜਿਹੜੇ ਹੈਗੇ ਉਹਨਾਂ ਦਾ ਪੂਰਾ ਜਿਹੜਾ ਨੈਟਵਰਕ ਹੈਗਾ ਉਸ ਨੂੰ ਧਵਸਤ ਕੀਤਾ ਜਾਊਗਾ। ਐਂਟਾਇਰ ਨੈਟਵਰਕਸ ਵਿਲ ਬੀ ਐਲੀਮੀਨੇਟਿਡ। ਤੇ ਸਾਡਾ ਟੀਚਾ ਹੈਗਾ ਕਿ ਪੰਜਾਬ ਨੂੰ ਗੈਂਗਸਟਰ ਫਰੀ ਬਣਾਉਣਾ। ਜਿਵੇਂ ਡਰੱਗ ਫਰੀ ਪੰਜਾਬ ਦਾ ਇੱਕ ਟੀਚਾ ਜਿਸ ਤੇ ਕਾਫੀ ਸਬਸਟੈਂਟਿਵ ਜਿਹੜੀ ਪ੍ਰੋਗਰੈਸ ਹੋ ਚੁੱਕੀ ਹੈਗੀ। ਸੋ ਅੱਜ ਤੋਂ ਇਹ ਜਿਹੜਾ ਇਸ ਦੀ ਕੋਈ ਸਮੇਂ ਸੀਮਾ ਨਹੀਂ ਹੈਗੀ ਕਿਉਂਕਿ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਅਸੀਂ ਕੰਮ ਕਰਾਂਗੇ ਤੇ ਗੈਂਗਸਟਰਾਂ ਤੇ ਵਾਰ ਕਰਾਂਗੇ। ਤੇ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਹੈਗੇ ਕਿ ਉਹਨਾਂ ਦੇ ਡਿਸਕਸ਼ਨ ਤੋਂ ਬਾਅਦ ਅਸੀਂ ਮੈਪ ਕਰਕੇ ਜਿਹੜੇ 60 ਮੇਨ ਜਿਹੜੇ ਗੈਂਗਸਟਰਸ ਬਾਹਰ ਬੈਠੇ ਹੈਗੇ ਉਹਨਾਂ ਦੇ ਅਸੀਂ 1200 ਜਿਹੜੇ ਗੈਂਗਸਟਰ ਐਸੋਸੀਏਟਸ ਇੱਥੇ ਜਿਹੜੇ ਕ੍ਰਿਮੀਨਲ ਕੇਸਾਂ 'ਚ ਇਨਵੋਲਵ ਹੈਗੇ ਤੇ ਤਕਰੀਬਨ 600 ਉਹਨਾਂ ਦੇ ਪਰਿਵਾਰ ਦੇ ਮੈਂਬਰ ਜਿਹੜੇ ਐਕਟਿਵ ਕ੍ਰਿਮੀਨਲ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਹੈਗੇ, ਉਹਨਾਂ ਨੂੰ ਮੈਪ ਕਰਕੇ ਅੱਜ ਐਜ਼ ਵੀ ਆਰ ਸਪੀਕਿੰਗ ਤੇ ਤਕਰੀਬਨ 12,000 ਪੁਲਿਸ ਆਫਿਸਰਸ ਸਾਡੀ ਜਿਹੜੀ 2,000 ਪੁਲਿਸ ਟੀਮਾਂ ਹੈਗੀਆਂ ਉਹ ਸਾਰੇ ਪੰਜਾਬ ਦੇ ਵਿੱਚ ਰੇਡ ਕਰ ਰਹੀ ਹੈ। ਇਹ ਸਾਡਾ ਗੈਂਗਸਟਰਸ ਤੇ ਪਹਿਲਾ ਪ੍ਰਹਾਰ ਹੈਗਾ। ਇਸ ਨੂੰ ਅਸੀਂ ਆਪਰੇਸ਼ਨ ਪ੍ਰਹਾਰ ਕਹਿ ਰਹੇ ਹੈਗੇ। 72 ਆਵਰਸ ਦਾ ਇੱਕ ਕ੍ਰਿਸਪ ਆਪਰੇਸ਼ਨ ਹੈਗਾ ਜਿਸ ਦੇ ਵਿੱਚ 12,000 ਪੁਲਿਸ ਆਫਿਸਰਸ ਜਿਹੜੇ ਹੈਗੇ ਇਨਵੋਲਵ ਹੈਗੇ ਇਨ ਰੇਡਿੰਗ। ਇਸ ਤੋਂ ਬਾਅਦ ਇਹਨਾਂ ਨੂੰ ਥੋਰਲੀ ਇੰਟਰੋਗੇਟ ਕੀਤਾ ਜਾਊਗਾ। ਜਿਨ੍ਹਾਂ ਦੀ ਕੋਈ ਕ੍ਰਿਮੀਨਲ ਇਨਵੋਲਵਮੈਂਟ ਹੈਗੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ, ਮਾਨਯੋਗ ਅਦਾਲਤਾਂ 'ਚ ਪੇਸ਼ ਕੀਤਾ ਜਾਊਗਾ।
ਇਹ ਮੈਂ ਸਮਝਦਾ ਕਿ ਸਾਰੇ ਭਾਰਤ ਦੇ ਵਿੱਚ ਇਸ ਲੈਵਲ ਦਾ ਕਦੀ ਵੀ ਆਪਰੇਸ਼ਨ ਜਿਹੜਾ ਨਹੀਂ ਪਲਾਨ ਹੋਇਆ ਜਿੱਥੇ ਇੰਨੇ ਵੱਡੇ ਪੱਧਰ ਤੇ ਰੇਡਸ ਹੋ ਰਹੇ ਹਨ ਤੇ ਇੰਨੇ ਵੱਡੇ ਪੱਧਰ ਤੇ ਪੰਜਾਬ ਪੁਲਿਸ ਜਿਹੜੀ ਇਨਵੋਲਵ ਹੈਗੀ। ਅਸੀਂ ਸਾਡਾ ਜਿਹੜਾ ਟੀਚਾ ਹੈਗਾ ਕਿ ਕੰਪਲੀਟ ਇਕੋਸਿਸਟਮ ਜਿਹੜਾ ਗੈਂਗਸਟਰਿਜ਼ਮ ਦਾ ਉਸ ਨੂੰ ਬਸਟ ਕਰਨਾ ਹੈਗਾ, ਜਿਸ ਦੇ ਵਿੱਚ ਇਹਨਾਂ ਦੀ ਫਾਈਨੈਂਸਿੰਗ, ਲੌਜਿਸਟਿਕਸ, ਸੇਫ ਹਾਊਸਿਸ, ਵੈਪਨ ਸਪਲਾਈ ਚੇਨਸ, ਕਮਿਊਨੀਕੇਸ਼ਨ ਨੈਟਵਰਕਸ, ਇਸ ਨੂੰ ਇੱਕ ਕੰਪਲੀਟ ਇਕੋਸਿਸਟਮ ਜਿਹੜਾ ਕ੍ਰਾਈਮ ਦਾ ਹੈਗਾ, ਜਿਹੜਾ ਗੈਂਗਸਟਰਿਜ਼ਮ ਦਾ ਹੈਗਾ, ਐਕਸਟੋਰਸ਼ਨਸ ਦਾ ਹੈਗਾ, ਉਸ ਨੂੰ ਐਜ਼ ਐਨ ਇਕੋਸਿਸਟਮ ਬਸਟ ਕੀਤਾ ਜਾਊਗਾ ਤੇ ਦੇयर ਵਿਲ ਬੀ ਜ਼ੀਰੋ ਟੋਲਰੈਂਸ ਫॉर ਏਡਰਸ ਐਂਡ ਐਬੇਟਰਸ। ਮੈਂ ਦੱਸਣਾ ਚਾਹਾਂਗਾ ਕਿ ਜਿਹੜੇ ਗੈਂਗਸਟਰਸ ਬਾਹਰ ਬੈਠੇ ਹੈਗੇ ਉਹ ਆਪਣੇ ਆਪ ਨੂੰ ਮਹਿਫੂਜ਼ ਨਾ ਸਮਝਣ, ਉਹਨਾਂ ਨੂੰ ਲਾਅ ਨੂੰ ਫੇਸ ਕਰਨਾ ਪਏਗਾ। ਉਹਨਾਂ ਦੇ ਜਿਹੜੇ ਇੱਥੇ ਜਿਹੜੇ ਗੁਰਗੇ ਹੈਗੇ ਉਹਨਾਂ ਦੇ ਖਿਲਾਫ ਐਸ ਪਰ ਲਾਅ ਐਕਸ਼ਨ ਲਿਆ ਜਾਊਗਾ। ਕੋਈ ਵੀ ਜਿਸ ਦੀ ਇਨਵੋਲਵਮੈਂਟ ਛੋਟੀ ਵੀ ਹੋਵੇ ਤੇ ਵੱਡੀ ਵੀ ਹੋਵੇ ਉਸ ਨੂੰ ਐਸ ਪਰ ਲਾਅ ਡੀਲ ਕੀਤਾ ਜਾਊਗਾ। ਮੈਂ ਇਸ ਮੌਕੇ ਤੇ ਮੈਂ ਅਪੀਲ ਵੀ ਕਰਨਾ ਚਾਹਾਂਗਾ ਜਿਹੜਾ ਯੂਥ ਮਿਸਗਾਈਡਡ ਹੈਗਾ, ਜੇ ਉਹ ਮੇਨ ਸਟਰੀਮ 'ਚ ਆਉਣਾ ਚਾਹੁੰਦਾ ਹੈਗਾ ਉਹ ਮੇਨ ਸਟਰੀਮ 'ਚ ਆ ਜਾਣ, ਉਹਨਾਂ ਨਾਲ ਸਿੰਪੈਥੈਟਿਕ ਲੀਨੀਅੰਟ ਟ੍ਰੀਟਮੈਂਟ ਕੀਤਾ ਜਾਊਗਾ। ਬਟ ਅੱਜ ਤੋਂ ਬਾਅਦ ਜਿਹੜਾ ਵੀ ਕ੍ਰਾਈਮ ਦੇ ਵਿੱਚ ਇਨਵੋਲਵ ਹੈ ਉਸ ਦੇ ਖਿਲਾਫ ਐਪਰੋਪਰੀਏਟ ਲੀਗਲ ਐਕਸ਼ਨ ਹੋਊਗਾ। ਕ੍ਰਿਮੀਨਲ ਫਾਈਨੈਂਸਿੰਗ ਤੇ ਅਸੀਂ ਬਹੁਤ ਵੱਡੇ ਪੱਧਰ ਤੇ ਕ੍ਰੈਕਡਾਊਨ ਕਰਨ ਜਾ ਰਹੇ ਹੈਗੇ। ਜਿਵੇਂ ਅਸੀਂ 68F ਦੇ ਅੰਡਰ ਅਸੀਂ ਜਿਹੜੇ ਡਰੱਗ ਟ੍ਰੈਫਿਕਰਸ ਦੀ ਪ੍ਰਾਪਰਟੀ ਜਿਹੜੀ ਫਰੀਜ਼ ਕਰਾਈ, ਜਿਹੜੀ ਉਹਨਾਂ ਦੀ ਡਰੱਗ ਰਿਲੇਟਡ ਫੰਡਿੰਗ ਫਰੀਜ਼ ਕਰਾਈ, ਉਹਦਾ 107 BNS ਦੇ ਅੰਡਰ ਪ੍ਰੋਵੀਜ਼ਨ ਹੈਗਾ ਜਿਹੜੀ ਅਟੈਚਮੈਂਟ ਆਫ ਪ੍ਰੋਸੀਡਸ ਆਫ ਕ੍ਰਾਈਮ। ਸੋ ਇਨ ਅ ਬਿਗ ਵੇ proceeds of crime, any funds involved in a criminal enterprise will be seized। ਜਿਹੜੇ ਕੋਈ ਐਸੈਟਸ ਹੈਗੇ ਜਾਂ ਕੋਈ ਬਿਜ਼ਨੈਸਸ ਹੈਗੇ ਜੇ ਦੋਵੇਂ ਸਾਈਡਾਂ ਤੋਂ ਫੰਡਿੰਗ ਆਫ ਕ੍ਰਾਈਮ ਉਸ ਨੂੰ ਵੀ ਅਸੀਂ ਟਰੈਕ ਕਰਾਂਗੇ ਤੇ ਸੀਜ਼ ਕਰਾਂਗੇ, ਅਟੈਚ ਕਰਾਂਗੇ, ਤੇ ਲਾਂਡਰਿੰਗ ਆਫ ਪ੍ਰੋਸੀਡਸ ਆਫ ਕ੍ਰਾਈਮ, ਬੋਥ ਦਾ ਥਿੰਗਸ ਜਿਹੜੀਆਂ ਉਸ ਤੇ ਕਾਰਵਾਈ ਹੋਊਗੀ। ਇਲੀਗਲ ਟਰੈਵਲ ਏਜੰਟਸ ਜਿਹੜੇ ਹੈਗੇ ਉਹ ਸਾਡੇ ਅਸੀਂ ਆਮ ਤੌਰ ਤੇ ਦੇਖਿਆ ਹੈਗਾ ਕਿ ਜਿਹੜਾ ਕੁਝ ਸਿਸਟਮਿਕ ਲੂਪ ਹੋਲਸ ਦਾ ਫਾਇਦਾ ਉਠਾ ਕੇ ਕਾਫੀ ਨੰਬਰਸ ਦੇ ਵਿੱਚ ਗੈਂਗਸਟਰਸ ਬਾਹਰ ਨਿਕਲ ਜਾਂਦੇ ਹਨ। ਇਹ ਦੂਜੀ ਸਟੇਟਾਂ ਤੋਂ ਚੂੰਕਿ ਇੱਕ ਸੈਂਟਰਲਾਈਜ਼ਡ ਪਾਸਪੋਰਟ ਸਿਸਟਮ ਲਿੰਕ ਨਹੀਂ ਹੈਗਾ, ਸੋ ਇਹ ਅਸੀਂ ਆਈਡੈਂਟੀਫਾਈ ਕਰ ਲਏ ਹੈਗੇ ਜਿਹੜੇ ਟਰੈਵਲ ਏਜੰਟਸ ਇਨਵੋਲਵ ਹੈਗੇ ਉਹਨਾਂ ਦੇ ਖਿਲਾਫ ਜਿਹੜਾ ਇੱਕ ਮੇਜਰ ਕ੍ਰੈਕਡਾਊਨ ਇਸ ਆਪਰੇਸ਼ਨ ਦੇ ਵਿੱਚ ਪਲਾਨ ਕੀਤਾ ਗਿਆ ਹੈਗਾ। ਅਸੀਂ ਇੱਕ ਓਵਰਸੀਜ਼ ਫਿਊਜੀਟਿਵ ਟਰੈਕਿੰਗ ਐਂਡ ਐਕਸਟ੍ਰਾਡੀਸ਼ਨ ਸੈੱਲ ਅੱਜ ਤੋਂ ਇਸਟੈਬਲਿਸ਼ ਕਰ ਰਹੇ ਹਾਂ। ਇਹਦਾ ਨਾਂ ਅਸੀਂ ਆਫਟੈਕ ਰੱਖ ਰਹੇ ਹੈਗੇ, OFTEC। ਇਹ ਸਾਡੇ IG ਕਾਊਂਟਰ ਇੰਟੈਲੀਜੈਂਸ ਆਸ਼ੀਸ਼ ਚੌਧਰੀ ਜੀ ਜੋ NIA 'ਚ ਜਿਨ੍ਹਾਂ ਨੇ 7 ਸਾਲ ਡੈਪੂਟੇਸ਼ਨ ਕਰਕੇ ਹੁਣੇ ਵਾਪਸ ਆਏ ਹੈਗੇ, ਉਹ ਇਸ ਸੈੱਲ ਦੇ ਇੰਚਾਰਜ ਹੋਣਗੇ। ਇਸ ਦੇ ਵਿੱਚ ਜਿਹੜੀ ਸਾਡੇ ਡਿਫਰੈਂਟ ਵਰਟੀਕਲਸ ਹੈਗੇ ਉਹਨਾਂ ਨੂੰ ਇੰਟੀਗ੍ਰੇਟ ਕੀਤਾ ਜਾ ਰਿਹਾ ਹੈਗਾ। ਇਹ ਕਾਊਂਟਰ ਇੰਟੈਲੀਜੈਂਸ ਦੇ IG ਸਾਹਿਬ ਇੰਚਾਰਜ ਹੋਣਗੇ। DIG ਗੁਰਮੀਤ ਚੌਹਾਨ ਜੀ ਜਿਹੜੇ AGTF ਦੇ DIG ਹੈਗੇ ਉਹ ਇਸ ਸੈੱਲ ਦੇ ਮੈਂਬਰ ਹੋਣਗੇ। ਆਪਣੇ DIG ਅਖਿਲ ਚੌਧਰੀ ANTF ਦੇ DIG ਉਹ ਇਸ ਦੇ ਮੈਂਬਰ ਹੋਣਗੇ ਤੇ AIG BOI ਕਮਲਦੀਪ ਸਿੰਘ ਇਸ ਦੇ ਮੈਂਬਰ ਹੋਣਗੇ। ਇਸ ਦੇ ਵਿੱਚ ਬੜੇ ਮੈਟੀਕੂਲਸ ਤਰੀਕੇ ਨਾਲ ਇਹਨਾਂ ਦੀ ਡਿਫਰੈਂਟ ਡੈਸਕਾਂ, ਡਰਾਫਟਿੰਗ ਡੈਸਕ ਜਿਹੜੀ ਪ੍ਰਪੋਜ਼ਲਾਂ ਬਣਾਉਣਗੀ, ਇੰਟਰਪੋਲ ਨੋਟਿਸਸ, ਐਕਸਟ੍ਰਾਡੀਸ਼ਨ ਨੋਟਿਸਸ, ਜਿਹੜੀ MLAT ਰਿਕਵੈਸਟ ਲੈਟਰ ਰੋਗੇਟਰੀਜ਼, ਲੀਗਲ ਸਪੋਰਟ ਡੈਸਕ ਤੇ ਕੋਆਰਡੀਨੇਸ਼ਨ ਡੈਸਕ, ਇਹ 3 ਪਾਰਟ ਦੇ ਵਿੱਚ ਇਹਨਾਂ ਦਾ ਕੰਮ ਜਿਹੜਾ ਵੰਡਿਆ ਜਾਊਗਾ ਤੇ ਇਸ ਤੇ ਕੰਮ ਕਰਨਗੇ। ਇਹਨਾਂ ਨੂੰ ਜਿਹੜਾ ਟਾਰਗੇਟ ਅਸੀਂ ਦਿੱਤਾ ਹੈਗਾ ਇਟਸ ਅ ਵੈਰੀ ਟਾਈਮ ਬਾਉਂਡ ਸਪੈਸੀਫਿਕ ਟਾਰਗੇਟ ਕਿ ਇਹ ਜਿਹੜੇ 60 ਬੰਦੇ ਬਾਹਰ ਬੈਠੇ ਹੈ ਇਹਨਾਂ ਦੇ ਵਿੱਚੋਂ 23 ਦੇ ਆਲਰੇਡੀ ਜਾਂ RCN ਇਸ਼ੂ ਹੋ ਗਏ ਹੈਗੇ ਜਾਂ ਦੇ ਆਰ ਇਨ ਦਾ ਪ੍ਰੋਸੈਸ ਆਫ ਬੀਇੰਗ ਇਸ਼ੂਡ। ਜਿਹੜੇ ਬਾਕੀ 37 ਰਹਿੰਦੇ ਹੈਗੇ ਇਨ ਦਾ ਨੈਕਸਟ 3 ਮੰਥਸ ਅਸੀਂ ਇਹਨਾਂ ਸਾਰਿਆਂ ਦੇ ਰੈੱਡ ਨੋਟਿਸਸ ਇਸ਼ੂ ਕਰਾਂਗੇ ਤੇ ਉਹਨਾਂ ਨੂੰ ਵਾਪਸ ਇੰਡੀਆ ਲਿਆਉਣ ਦੀ ਜਿਹੜੀ ਹੈਗੀ ਅਸੀਂ ਉਪਰਾਲੇ ਕਰਾਂਗੇ। ਇਸ ਤੋਂ ਇਲਾਵਾ ਜਿਹੜੇ ਗੈਂਗਸਟਰ ਸਾਊਥ ਈਸਟ ਏਸ਼ੀਆ ਦੇ ਵਿੱਚ, ਮਿਡਲ ਈਸਟ ਦੇ ਵਿੱਚ ਬੈਠੇ ਹੈਗੇ, ਜਿਹੜੇ ਫੇਕ ਪਾਸਪੋਰਟਸ ਤੇ ਗਏ ਹੈਗੇ, ਜਿਹੜੇ ਇੰਡੀਅਨ ਸਿਟੀਜ਼ਨਸ ਹੈ, ਉਹਨਾਂ ਨੂੰ ਆਈਡੈਂਟੀਫਾਈ ਕਰਕੇ ਮੈਪ ਕਰਕੇ ਉਹਨਾਂ ਨੂੰ ਡਿਪੋਰਟ ਕਰਾਇਆ ਜਾਊਗਾ। ਸੋ ਇਸ ਸੈੱਲ ਜਿਹੜਾ ਹੈਗਾ ਇਸ ਫਰੰਟ ਤੇ ਕੰਮ ਕਰੂਗਾ ਜੰਗੀ ਪੱਧਰ ਦੇ ਵਿੱਚ। ਸਟੇਟ ਗਵਰਨਮੈਂਟ ਨੇ ਸਾਡੀ ਇੱਕ ਰਿਵਾਰਡ ਪਾਲਿਸੀ ਜਿਹੜੀ ਹੈਗੀ ਉਹ ਅਪਰੂਵ ਕੀਤੀ ਹੈਗੀ, ਜਿਸ ਦੇ ਵਿੱਚ ਸਾਨੂੰ 10 ਕਰੋੜ ਫॉर both NDPS ਐਕਟ ਐਂਡ ਫॉर ਐਨੀ ਇਨਫੋਰਮੇਸ਼ਨ ਲੀਡਿੰਗ ਟੂ ਅਰੈਸਟ ਔਰ ਅ ਕਲੂ ਅਬਾਊਟ ਅ ਵਾਂਟਡ ਕ੍ਰਿਮੀਨਲ, ਉਸ ਦੇ ਵਿੱਚ ਅਸੀਂ ਰਿਵਾਰਡਸ ਜਿਹੜਾ ਹੈਗਾ ਲੋਕਾਂ ਨੂੰ ਦਾਂਗੇ ਜਾਂ ਪੁਲਿਸ ਅਫਸਰਾਂ ਨੂੰ ਦਾਂਗੇ। ਇਸ ਦੇ ਵਿੱਚ ਅਸੀਂ ਰਿਵਾਰਡ ਲਿਮਿਟਸ ਰੱਖੀ ਹੈਗੀ ਕਿ ਜਿਹੜੇ SSPs ਵਿਲ ਬੀ ਅਥਰਾਈਜ਼ਡ ਟੂ ਗਿਵ ਰਿਵਾਰਡਸ ਅਪ ਟੂ 1 ਲੱਖ, 1.5 ਲੱਖ ਤੱਕ ਜਿਹੜੇ ਕਮਿਸ਼ਨਰ ਆਫ ਪੁਲਿਸ ਤੇ DIG ਰੇਂਜਸ ਉਹ ਰਿਵਾਰਡਸ ਦੇਣਗੇ, 2 ਲੱਖ ਤੱਕ ਜਿਹੜੇ ਵਿੰਗਸ ਦੇ ਹੈੱਡ ਹੈਗੇ ADGP ਜਾਂ ਸਪੈਸ਼ਲ DGP ਉਹ ਰਿਵਾਰਡਸ ਦੇਣ ਦੇ ਕੰਪੀਟੈਂਟ ਹੋਣਗੇ ਤੇ 2 ਲੱਖ ਤੋਂ ਉੱਪਰ DGP ਵਿਲ ਸੈਂਕਸ਼ਨ ਦੀ ਰਿਵਾਰਡ। ਇਸ ਦੇ ਨਾਲ ਹੀ ਜਿਵੇਂ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀਗਾ ਕਿ ਉਹ ਪਾਲਿਸੀ ਸਾਡੀ ਅਪਰੂਵ ਹੋ ਗਈ ਹੈ ਰੈਟਰੋਸਪੈਕਟਿਵ ਕਿ 1 ਸਤੰਬਰ 2024 ਔਨਵਰਡਸ ਜਿਹੜੇ ਵੀ ਸਾਡੇ ਕਮਰਸ਼ੀਅਲ ਸੀਜ਼ਰਸ ਹੋਏ ਹੈ ਡਰੱਗਸ ਦੇ ਵਿੱਚ ਉਸ ਦੇ ਵਿੱਚ 60,000 kg ਪਰ
ਜਿਹੜੇ 60,000 रुपए पर kg ऑफ सीजर ਦਾ ਰਿਵਾਰਡ ਰੱਖਿਆ ਹੈਗਾ। ਪਰ ਕਨਵਿਕਸ਼ਨ 40,000 ਰਿਵਾਰਡ ਆਈਓ ਨੂੰ ਦਿੱਤਾ ਜਾਊਗਾ ਜੇ ਜਿੱਥੇ ਇੱਕ ਕਨਵਿਕਸ਼ਨ ਜਿੱਥੇ ਹੁੰਦੀ NDPS ਐਕਟ ਦੀ, ਤੇ ਈਚ ਕੇਸ ਆਫ ਪ੍ਰੋਪਰਟੀ ਫਰੀਜ਼ਿੰਗ 20,000 ਦਾ ਰਿਵਾਰਡ ਉਹ ਆਈਓ ਨੂੰ ਮਿਲੂਗਾ, ਤੇ 50,000 ਪਰ ਪਿਟ NDPS ਜਿਹੜੇ ਪ੍ਰੀਵੈਂਟਿਵ ਡਿਟੈਂਸ਼ਨ ਦੇ ਵਿੱਚ ਜਿਹੜੇ ਪ੍ਰਪੋਜ਼ਲ ਜਿਹੜੇ ਬਣਾਉਣਗੇ। ਅੱਜ ਅਸੀਂ ਇੱਕ ਐਂਟੀ ਗੈਂਗਸਟਰ ਹੈਲਪਲਾਈਨ ਲਾਂਚ ਕਰ ਰਹੇ ਹੈਗੇ, 939469393946 ਈਜ਼ੀ ਨੰਬਰ ਰੱਖਿਆ ਹੈਗਾ, ਤੇ ਇਸ ਤੇ ਮੈਂ ਲੋਕਾਂ ਨੂੰ ਅਪੀਲ ਕਰਾਂਗਾ 939469393946 ਐਂਟੀ ਗੈਂਗਸਟਰ ਹੈਲਪਲਾਈਨ। ਇਸ ਤੇ ਕੋਈ ਵੀ ਇਨਫੋਰਮੇਸ਼ਨ ਜੇ ਗੈਂਗਸਟਰਾਂ ਬਾਰੇ ਹੁੰਦੀ ਹੈ ਉਹ ਦਿੱਤੀ ਜਾਵੇ। ਇਹ ਰਾਊਂਡ ਦਾ ਕਲੌਕ 24/7 ਇਹ ਹੈਲਪਲਾਈਨ ਮੈਨ ਕੀਤੀ ਜਾਊਗੀ, ਤੇ ਇਨਫੋਰਮੈਂਟ ਦੀ ਆਈਡੈਂਟੀਟੀ ਸੀਕ੍ਰੇਟ ਰੱਖੀ ਜਾਊਗੀ, ਤੇ ਇਸ ਤੇ ਕਾਰਵਾਈ ਹੋਊਗੀ। ਇਹ ਹੈਲਪਲਾਈਨ AGTF ਦੇ ਹੈੱਡਕੁਆਟਰਸ ਦੇ ਵਿੱਚ ਫੰਕਸ਼ਨ ਕਰੂਗੀ। ਪ੍ਰੀਵੈਂਸ਼ਨ ਜਿਹੜੇ ਸਾਡੇ ਪੁਲਿਸ ਆਫਿਸਰਸ ਨੇ ਪ੍ਰੀਵੈਂਟਿਵ ਕੋਈ ਮੋਡਿਊਲ ਸਪਸ਼ਟ ਕੀਤੇ ਹੈਗੇ, ਉਹਨਾਂ ਨੂੰ 2 ਟਾਈਪ ਦੇ ਇਨਸੈਂਟਿਵਸ ਆਊਟ ਆਫ 10 ਪ੍ਰਮੋਸ਼ਨਸ ਜਾਂ ਕੈਸ਼ ਫਾਈਨੈਂਸ਼ੀਅਲ ਇਨਸੈਂਟਿਵਸ ਇਹ ਦਿੱਤੇ ਜਾਣਗੇ। ਤੇ ਗਲੋਰੀਫਿਕੇਸ਼ਨ ਆਫ ਵੈਪਨ ਕਲਚਰ, ਗੈਂਗ ਕਲਚਰ, ਸੋਸ਼ਲ ਮੀਡੀਆ ਪਲੇਟਫਾਰਮ ਦੇ ਜਿਹੜਾ ਮਿਸਯੂਜ਼ ਹੋ ਰਿਹਾ ਹੈਗਾ ਗਲੋਰੀਫਿਕੇਸ਼ਨ ਆਫ ਕ੍ਰਾਈਮ ਲਈ, ਉਸ ਤੇ ਕਰੈਕਡਾਊਨ ਬਹੁਤ ਸਖਤ ਕੀਤਾ ਜਾਊਗਾ। 10,000 ਤੋਂ ਵੱਧ ਪੋਸਟਾਂ ਅਸੀਂ 2022 ਤੋਂ ਬਾਅਦ ਅਸੀਂ ਰਿਮੂਵ ਕਰ ਚੁੱਕੇ ਹੈਗੇ, ਤੇ ਆਲਮੋਸਟ ਸੈਵਰਲ ਥਾਊਜ਼ੈਂਡ ਅਕਾਊਂਟਸ ਹੈਵ ਬੀਨ ਡਿਲੀਟਡ। ਸੋ ਇਹ ਬਹੁਤ ਇੱਕ ਕਲੀਅਰ ਮੈਸੇਜ ਹੈਗਾ ਪੰਜਾਬ ਸਰਕਾਰ ਵੱਲੋਂ, ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਵੱਲੋਂ, ਪੰਜਾਬ ਪੁਲਿਸ ਵੱਲੋਂ। ਪੰਜਾਬ ਦੇ ਵਿੱਚ ਹੁਣ ਗੈਂਗਸਟਰਸ ਮਹਿਫੂਜ਼ ਨਹੀਂ ਹੈ। ਇਹ ਜਿਹੜਾ ਗੈਂਗਸਟਰਾਂ ਤੇ ਵਾਰ ਹੈਗਾ, ਇਸ ਨੂੰ ਅਸੀਂ ਅੰਜਾਮ ਤੱਕ ਲੈ ਕੇ ਜਾਵਾਂਗੇ, ਤੇ ਪੰਜਾਬ ਨੂੰ ਕੰਪਲੀਟਲੀ ਅਸੀਂ ਗੈਂगस्टर फ्री कराएंगे। यह साडा ऑब्जेक्टिव है। मैं आज बताना चाहूँगा कि पंजाब के मुख्यमंत्री सरदार भगवंत मान जी की लीडरशिप में 1 मार्च 2025 से जो एक बहुत इफेक्टिव युद्ध नशा विरुद्ध कैंपेन इम्प्लीमेंट हुआ है, जो अभी चल रहा है, जिसका फेज़ 2 चल रहा है, जिसमें लोगों की भागीदारी अब करी जा रही है। इसमें एनफोर्समेंट साइट पर 31,527 FIRs अब तक दर्ज हो चुकी हैं, 45,251 गिरफ्तारियां हुई हैं, और इस बेहद कामयाब प्रोग्राम में ड्रग ट्रैफिकिंग नेटवर्क्स की मेजर डिग्रेडेशन हुई है और स्ट्रीट अवेलेबिलिटी ऑफ ड्रग्स घटी है। पंजाब सरकार का, पंजाब के मुख्यमंत्री का बराबर की जो प्रायोरिटी रही है गैंगस्टरिज्म, ऑर्गेनाइज्ड क्राइम कि स्टेट में ज़ीरो टॉलरेंस है ऑर्गेनाइज्ड क्राइम के प्रति। तो उस पे पिछले कुछ सालों में बड़े एक्शन हुए हैं। 2025 में हमने 992 गैंगस्टर्स गिरफ्तार किए थे। इंटर स्टेट ऑपरेशंस में हमने जो एक अमृतसर में सरपंच का मर्डर 4 जनवरी को हुआ था, और उसके पहले 15 दिसंबर को जो कबड्डी प्रमोटर राणा बलाचौरिया का मर्डर मोहाली में हुआ था। ये एक बहुत अच्छे प्रोफेशनल तरीके से इन्वेस्टिगेशंस हुई। इसके इंटर स्टेट कोऑपरेशन के साथ, दूसरी स्टेटों के कोऑपरेशन के साथ, एक केस के अक्यूज़्ड को रायपुर छत्तीसगढ़ से, दूसरे केस के अक्यूज़्ड को वेस्ट बंगाल कलकत्ता से गिरफ्तार किया गया था। ये दोनों ऑपरेशंस मुख्यमंत्री जी ने स्वयं मॉनिटर किए। उन्हें हम दिन में 2 बार इसकी अपडेट्स देते थे। उसके बाद इस दौरान ही ये डिस्कशंस हुई, एक रोड मैप बना कि पंजाब में ऑर्गेनाइज्ड क्राइम और गैंगस्टर्स को कैसे जो है गैंगस्टरिज्म का खात्मा कैसे किया जाए। तो एक मुख्यमंत्री जी के दिशा निर्देशों के बाद एक हमने रोड मैप तैयार किया है, और आज से हम ये गैंगस्टराते वार, एक वॉर ऑन गैंगस्टर्स जो है ये पंजाब पुलिस आज से वेज कर रही है। इसके 3 मुख्य उद्देश्य हैं कि प्रदेश में गैंगस्टर्स के लिए कोई जगह नहीं है पंजाब में, और हम इनके पूरे नेटवर्क्स को ध्वस्त करेंगे जो गैंगस्टर नेटवर्क्स हैं एंड टू एंड मैनर में, और पंजाब को गैंगस्टर फ्री बनाएंगे। इसके लिए जैसे हम यहाँ बात ही कर रहे हैं, हमारा जो पहला फेज़ है वो एक 72 घंटे का ऑपरेशन प्रहार वो लॉन्च हो चुका है आज सुबह, जिसमें 12,000 पंजाब पुलिस ऑफिसर्स जो हैं, 2,000 इनको टारगेट्स दिए गए हैं। जो 60 मेन जो गैंगस्टर्स बाहर बैठे हुए हैं, इनके परिवार के मेंबर्स 600 के करीब इनके परिवार के मेंबर्स हैं, 1200 इनके गैंगस्टर्स एसोसिएट हैं, जिनको टारगेट करके उन पर रेड किया जा रहा है एज़ पर लॉ, एज़ पर एविडेंस अवेलेबल। इनमें से जिनके खिलाफ जिनकी कोई क्रिमिनल इन्वॉल्वमेंट होगी या जिनके पास से कोई रिकवरी होगी, उनके खिलाफ कानून के मुताबिक कार्रवाई करी जाएगी, और बाकियों के खिलाफ वेरिफिकेशन करके उन्हें इंटरोगेशन उनकी करके उसका डेटा हम अपलोड करेंगे। और ये मैं समझता हूँ कि पूरे देश में इस तरह का, इस लेवल का
ये सबसे बड़ा ऑपरेशन है गैंगस्टर्स के खिलाफ, जिसमें 12,000 पुलिस ऑफिसर्स पार्टिसिपेट कर रहे हैं। और इसके पहले हमने इनकी पूरी आइडेंटिफिकेशन और मैपिंग जो गैंगस्टर्स नेटवर्क्स की हम कर चुके हैं, और हमारा ऑब्जेक्टिव है कि इनका पूरा इकोसिस्टम जो है उसको डिमोलिश करना है, जिसमें इनका फाइनेंशियल, इनकी बैकबोन जो फाइनेंशियल ट्रांजैक्शंस हैं, ये भी आपको पता ही है कि एक केस में वो फाइनेंशियल ट्रांजैक्शन से जो गैंगस्टर मुलजिम थे वो पकड़े गए थे। लॉजिस्टिक्स जो इन्हें प्रोवाइड करते हैं, जो सेफ हाउसेस प्रोवाइड करते हैं, वेपन्स सप्लाई चेन्स इन और कम्युनिकेशन नेटवर्क्स, इनको सभी को चिन्हित करके इनको एंड टू एंड मैनर में डिमोलिश किया जाएगा। और मैं बताना चाहूँगा कि इसमें कोई भी व्यक्ति, किसी की छोटी सी भी इन्वॉल्वमेंट है या बड़ी इन्वॉल्वमेंट है, सभी को एज पर लॉ डील किया जाएगा। तो मैं ये अपील भी करना चाहूँगा कि अगर हमारे यूथ कोई गुमराह हैं, वो मेन स्ट्रीम में आना चाहते हैं, वो पुलिस के पास आए, बताएं, जिनका माइनर रोल है उनके प्रति लीनियंट व्यू लिया जाएगा। लेकिन क्राइम के लिए क्राइम डज नॉट पे, ये मैं मैसेज देना चाहूँगा कि पंजाब की धरती पे अगर कोई क्राइम करेगा तो पंजाब पुलिस उसे भारत ही नहीं, भारत के बाहर भी उसे चेस करेगी, पकड़ के लाएगी और लॉ को फेस करना पड़ेगा। पंजाब में गैंगस्टर्स के लिए कोई जगह नहीं है, पंजाब में गैंगस्टर क्राइम के लिए कोई जगह नहीं है, कोई एक्सटॉर्शन, कोई क्राइम पंजाब में टॉलरेट नहीं किया जाएगा। ये मैसेज मैं देना चाहता हूँ। जिस तरह से हमने 68F NDPS में ड्रग स्मगलर्स की प्रॉपर्टी फ्रीज कराई है, हम 107 BNSS का उपयोग करके हम प्रॉपर्टी अटैचमेंट्स कराएंगे, जो फाइनेंसिंग ऑफ क्रिमिनल एक्टिविटीज़ करते हैं, जिसमें दोनों साइड से या फाइनेंसिंग ऑफ गैंगस्टर एक्टिविटीज़ है या उससे जो प्रोसीड्स हैं उसकी लॉन्ड्रिंग होती है। तो दोनों तरह के नेटवर्क्स को आइडेंटिफाई किया जाएगा और उनके खिलाफ लीगल एक्शन लिया जाएगा। जो ट्रैवल एजेंट्स जो इलीगल तौर पे पासपोर्ट्स बनाना फैसिलिटेट करते हैं, वो मैं समझता हूँ इक्वली दे आर पार्टनर्स इन क्राइम, उनकी वही लाइबिलिटी है जो गैंगस्टर की लाइबिलिटी है, तो उन्हें उसी तरीके से डील किया जाएगा। ये मैं आगाह भी करना चाहूँगा ट्रैवल एजेंट्स को कि जो गैंगस्टर्स हमारे बाहर बैठे हुए हैं 60, वो ये ना समझे कि वो महफूज हैं। हमने एक सेल आज स्टैब्लिश किया है, ऑफटेक, ओवरसीज फ्यूजिटिव ट्रैकिंग एंड एक्स्ट्राडिशन सेल, जिसमें ये लोग जो बाहर बैठे हैं इनको ट्रैक किया जाएगा और लीगल प्रोसेस के थ्रू इन्हें वापस लेके आया जाएगा भारत में, ताकि ये अपने क्राइम्स के लिए कोर्ट ऑफ लॉ को फेस कर सकें। IG काउंटर इंटेलिजेंस आशीष चौधरी जी, जो 7 साल का टेन्योर NIA में कंप्लीट करके डेपुटेशन के बाद वापस पंजाब आए हैं, वो इस सेल के इंचार्ज होंगे। उनके साथ DIG AGTF गुरमीत चौहान जी, जो एक हाईली एक्सपीरियंस्ड ऑफिसर हैं, गैंग, उन्होंने ऑर्गेनाइज क्रिमिनल गैंग्स पे काफ़ी काम किया है। DIG ANTF अखिल चौधरी जी और AIG BOI कमलदीप सिंह जी, ये ऑफिसर्स इस सेल में के मेंबर्स होंगे। और इसमें डिफरेंट इनके जो डेस्क होंगी, ड्राफ्टिंग डेस्क होगी, लीगल सपोर्ट डेस्क होगी, कोऑर्डिनेशन डेस्क होगी, जो इंटरपोल नोटिसेस जैसे रेड नोटिसेस, ब्लू नोटिसेस, इनकी प्रॉपर ड्राफ्टिंग हो, लीगल वेटिंग हो, एक्स्ट्राडिशन रिक्वेस्ट लीगली साउंड होनी चाहिए। सो ये इन्हें टारगेट्स दिया है। जो हमारे लॉ ऑफिसर्स जो रिक्रूटेड हैं वो भी इनके साथ इस सेल में अटैच किए जाएंगे। लेटर रोगेटरीज, जो भी लीगल जो हमारे पास टूल अवेलेबल है, वो हम हर लीगल टूल जो है हम उसका उपयोग करेंगे, ताकि जो बाहर हमारा जो लोग बैठे हैं उनके खिलाफ हमारे केस स्ट्रांग हो सके। और जो हमने टारगेट दिया है कि इसमें से 60 में से 21 गैंगस्टर्स के खिलाफ रेड नोटिस इशू हो गए हैं या दे आर इन द प्रोसेस ऑफ बीइंग इशू। बाकी जो 37 रह गए हैं, अगले 3 महीनों में उनकी सभी की डॉक्यूमेंटेशन, पेपर वर्क पूरा करके उनके रेड नोटिस इशू कराने का टास्क इस सेल को दिया गया है। पंजाब सरकार ने हमारी एक रिवॉर्ड पॉलिसी अप्रूव करी है, जिसमें 10 करोड़ के फंड अलॉट हुए। कॉमन फंड होगा ये क्रिमिनल इंफॉर्मेशन देने का रिवॉर्ड, और जो NDPS एक्ट में जो अच्छा काम या इन्फॉर्मेशन दी जाती है उसका रिवॉर्ड होगा, जिसमें SSPs को 1 लाख तक का रिवॉर्ड देने के लिए अथराइज किया गया है। 1.5 लाख तक का रिवॉर्ड कमिश्नर ऑफ पुलिस, रेंज DIGs देंगे। ADGPs जो डिफरेंट विंग्स को हेड करते हैं उनको 2 लाख तक की कॉम्पिटेंस है, और 2 लाख से ऊपर के प्रपोजल्स DGP के लेवल तक वो अप्रूव होंगे थ्रू प्रॉपर चैनल जो फॉरवर्ड किया जाएगा। इसी तरह जो हेरोइन सीजर्स पे पर KG हेरोइन सीजर पे 60,000 का कैश रिवॉर्ड है, 40,000 का कैश रिवॉर्ड पर कन्विक्शन पे है, 20,000 प्रॉपर्टी फ्रीजिंग के लिए है, और 50,000 पिट NDPS का प्रिवेंटिव डिटेंशन का कोई प्रपोजल अगर मेच्योर होता है उसके लिए है।
आज से हम एक एंटी गैंगस्टर हेल्पलाइन लॉन्च कर रहे हैं, 93946 93946। ये 24/7 AGTF के हेडक्वार्टर्स में ये मैन होगी। इन्फॉर्मेशन देने वाले का कॉलर की आइडेंटिटी जो वो डिस्क्लोज नहीं करी जाएगी, और उस पर कार्रवाई सीनियर AGTF ऑफिसर्स पर्सनली उसको मॉनिटर करेंगे। तो मैं लोगों से अपील करूंगा कि आपके पास कोई इन्फॉर्मेशन आती है, कोई कॉल आती है, आप इस हेल्पलाइन पे आप जरूर आप फ़ोन करके बताएं। इसके साथ ही जो हम प्रिवेंटिव जो मॉड्यूल बस्टिंग या हमारे जो पुलिस ऑफिसर्स अच्छा काम करते हैं उनके गुड वर्क को रिकॉग्नाइज करने के लिए एक पॉलिसी अप्रूव करी गई है, जिसमें आउट ऑफ 10 प्रमोशंस दिए जाएंगे और कैश इंसेंटिव्स दिए जाएंगे जो ऑफिसर्स अच्छा काम करेंगे। और ग्लोरिफिकेशन ऑफ वेपन्स, ग्लोरिफिकेशन ऑफ गैंग कल्चर या सोशल मीडिया पे अदरवाइज उसके खिलाफ सख्त लीगल एक्शन किया जाएगा। ऐसे सोशल मीडिया अकाउंट्स काफ़ी हम डिलीट भी करवा चुके हैं, और इस पे एक फोकस रहेगा क्योंकि हमने देखा ये रिक्रूटमेंट का एक ये चैनल बन जाता है। अंत में पंजाब सरकार का, पंजाब के मुख्यमंत्री भगवंत मान जी का, पंजाब पुलिस का गैंगस्टर्स को एक मैसेज है, अब पंजाब आप छोड़ दो, नहीं तो लॉ फेस करोगे। पंजाब को हम गैंगस्टर फ्री बनाएंगे, पंजाब से ऑर्गेनाइज्ड क्राइम गैंगस्टर्स को खत्म करेंगे। पंजाब सरकार ने इनफैक्ट मुख्यमंत्री जी ने स्पैशली 500 करोड़ का पैकेज अप्रूव किया है अपग्रेडेशन ਤੇ मॉडर्नाइजेशन जेलों का। जिवें भटिंडा जेल ਦੇ ਵਿੱਚ ਜਿਵੇਂ ਜੈਮਰ ਲੱਗੇ ਹੈਗੇ ਉੱਦਾਂ ਸਾਰੀ ਜੇਲਾਂ 'ਚ ਲੱਗ ਰਹੇ हैं। फस्ट फेज 'ਚ ਮੈਨੂੰ ਦੱਸਿਆ ਗਿਆ ਹੈਗਾ जेल डिपार्टमेंट ਵੱਲੋਂ कि ਪਟਿਆਲਾ ਤੇ ਗੋविंदवाल ਸਾਹਿਬ ਦਾ ਵਰਕ ਇਜ਼ ਆਲਮੋਸਟ ਕੰਪਲੀਟ। ਨੰਬਰ 2 ਜਿਹੜੇ ਉਹਨਾਂ ਦੇ ਹਾਈ ਸਿਕਿਉਰਿਟੀ ਜ਼ੋਨਸ ਹੈਗੇ ਜਿਨ੍ਹਾਂ ਨੂੰ HSZ ਕਹਿੰਦੇ ਹੈਗੇ, ਉਸ ਦੇ ਵਿੱਚ ਉਹ ਥੋੜਾ ਦੈਟ ਇਜ਼ ਲਾਈਕ ਅ ਜੇਲ ਵਿਦ ਇਨ ਅ ਜੇਲ। ਉਸ ਦੇ ਵਿੱਚ ਵੱਖਰਾ ਉਹਦੀ ਬਾਰਬ ਵਾਇਰ ਹੁੰਦੀ ਹੈ, ਵੱਖਰੀ ਵਾਲ ਹੁੰਦੀ ਹੈ, ਉਹਨਾਂ ਦੇ ਸੈੱਲ ਵੱਖਰੇ ਹੁੰਦੇ ਹੈ, ਐਕਸਟਰਾ ਮੈਨ ਪਾਵਰ ਲੱਗਦੀ ਹੈ। ਸੋ ਉਸ ਦੀ ਜਿਹੜੀ ਕੈਪੈਸਿਟੀ ਹੈ ਉਹ ਵਧਾਈ ਜਾ ਰਹੀ ਹੈ। ਨੰਬਰ 3 ਉਹਨਾਂ ਦੇ ਜਿਵੇਂ ਫੁੱਲ ਬੋਡੀ ਸਕੈਨਰਸ, ਹੋਰ ਜਿਵੇਂ ਜੇਲਾਂ ਦੇ ਅੰਦਰ ਜਿਹੜਾ ਸਮਾਨ ਜਾਂਦਾ ਹੈ ਉਸ ਦੀ ਚੈਕਿੰਗ ਬਿਹਤਰ ਤੌਰ 'ਤੇ। ਐਡੀਸ਼ਨਲ ਜਿਵੇਂ ਉਹਨਾਂ ਦੀ ਕਾਫੀ ਪੋਸਟਾਂ ਵੇਕੈਂਟ ਹੈ, ਪੰਜਾਬ ਸਰਕਾਰ ਨੇ ਸਪੈਸ਼ਲ ਡਰਾਈਵ ਲਾਂਚ ਕੀਤੀ ਹੈ ਜੇਲਾਂ ਦੀ ਜਿਹੜੀ ਖਾਲੀ ਪੋਸਟਾਂ ਨੂੰ ਭਰਨ ਲਈ। ਤੇ ਇੱਕ ਓਵਰਆਲ 360 ਡਿਗਰੀ ਇੱਕ ਪ੍ਰੋਗਰਾਮ ਹੈਗਾ ਕਿ ਜੇਲਾਂ ਦੇ ਵਿੱਚ ਇੱਕ ਤੇ ਲਿਵਿੰਗ ਕੰਡੀਸ਼ਨ, ਜੇਲਾਂ ਦੀ ਜਿਹੜੀ ਫੈਕਟਰੀਆਂ ਹੈ ਜਿਸ ਦੇ ਵਿੱਚ ਇਹ ਬੜਾ ਇੱਕ ਐਂਬੀਸ਼ੀਅਸ ਪਲਾਨ ਹੈ ਸਾਡੇ ਅਰੁਣਪਾਲ ਜੀ ਜਿਹੜੇ ADGP ਜੇਲ੍ਹ ਹੈਗੇ ਕਿ ਉਹਨਾਂ ਨੂੰ ਫੈਕਟਰੀਆਂ ਨੂੰ ਰਿਵਾਈਵ ਕੀਤਾ ਜਾਵੇ। ਪਿਛਲੇ 15-18 ਸਾਲਾਂ ਤੋਂ ਉਹ ਜੇਲਾਂ ਦੀ ਫੈਕਟਰੀਆਂ ਕੰਮ ਨਹੀਂ ਕਰ ਰਹੀਆਂ, ਸੋ ਦੈਟ ਗੇਨਫੁਲ ਜਿਹੜਾ ਐਮਪਲੋਇਮੈਂਟ ਜੇਲਾਂ ਦੇ ਵਿੱਚ ਜਨਰੇਟ ਹੋ ਸਕੇ। ਤੇ ਜੇਲਾਂ ਦੇ ਵਿੱਚ ਜਿਹੜੇ ਬੈਠੇ ਹੈ ਡੀ ਐਡਿਕਸ਼ਨ ਸੈਂਟਰਸ ਵੀ ਜਿਹੜੇ ਹੈ ਉਹ ਖੋਲੇ ਜਾ ਰਹੇ ਹਨ ਜੇਲਾਂ ਦੇ ਅੰਦਰ। ਸਰ ਜਿਹੜਾ ਤੁਸੀਂ ਗੱਲ ਕੀਤੀ ਉਹਨਾਂ ਤੋਂ ਤੁਸੀਂ ਐਕਸਟ੍ਰੈਡੀਸ਼ਨ ਦੇ ਥਰੂ ਜਿਹੜੇ ਗੈਂਗਸਟਰ 60 ਹੈਗੇ ਨੇ ਉਹਨਾਂ ਨੂੰ ਲੈ ਕੇ ਆਓਗੇ, ਪਰ ਬਹੁਤ ਸਾਰੇ ਗੈਂਗਸਟਰਸ ਭਾਰਤ ਦੀਆਂ ਜੇਲ੍ਹਾਂ 'ਚ ਇਹੋ ਬੈਠੇ ਨੇ ਜੋ ਕਿ ਭਾਰਤ ਦੀਆਂ ਜੇਲ੍ਹਾਂ 'ਚ ਬਹਿ ਕੇ ਪੰਜਾਬ ਦੇ ਵਿੱਚ ਗੈਂਗਸਟਰ ਨੂੰ ਵਧਾ ਰਹੇ ਨੇ। ਉਸ ਦੇ ਉੱਤੇ ਕਿਸ ਤਰੀਕੇ ਕਾਰਵਾਈ ਹੋਊਗੀ ਕਿਉਂਕਿ ਗੁਰਗੇ ਉਹਨਾਂ ਦੇ ਹੀ ਪੰਜਾਬ 'ਚ ਜ਼ਿਆਦਾ ਕੰਮ ਕਰ ਰਹੇ ਨੇ, ਹਾਲਾਂਕਿ ਬਾਹਰਲੇ ਦੇ ਵੀ ਫੰਡਿੰਗ ਪੂਰੀ ਹੈ। ਅਸੀਂ ਦੇਖੋ ਅਸੀਂ ਲੀਗਲ ਆਪਸ਼ਨਸ ਐਕਸਪਲੋਰ ਕਰਾਂਗੇ ਜਿੱਥੇ ਜਿਨ ਕੇਸਾਂ 'ਚ ਕੇਸ ਬਾਈ ਕੇਸ ਬੇਸਿਸ ਤੇ ਜਿੱਥੇ ਲੋਡ ਹੋਈ ਤੇ ਉੱਥੇ ਜੇ ਕੋਈ ਸਾਡੇ ਕ੍ਰਾਈਮ 'ਚ ਵਾਂਟਡ ਹੈ ਉਹਨੂੰ ਪੰਜਾਬ 'ਚ ਲੈ ਕੇ ਆਉਣਾ। ਜੀ ਸਰ ਇੱਕ ਸਵਾਲ ਹੈ ਕਿ ਜਿੱਦਾਂ ਤੁਸੀਂ ਗੈਂਗਸਟਰਸ ਨੂੰ ਲੈ ਕੇ ਕਰ ਰਹੇ ਹੋ, ਹਾਲਾਂਕਿ ਇਹ ਦੇਖਿਆ ਗਿਆ ਪਿਛਲੇ ਦਿਨਾਂ ਕਿ ਜਿਹੜੇ ਗੈਂਗਸਟਰ ਜਾਂ ਉਹਨਾਂ ਦੇ ਐਸੋਸੀਏਟਸ ਨੇ ਜਿਹੜੇ ਵਾਰਦਾਤ ਨੂੰ ਅੰਜਾਮ ਦਿੰਦੇ ਆ, ਉਹਦੇ ਵਿੱਚ ਨਾਬਾਲਿਗ ਜਿਹੜੇ ਪਹਿਲਾਂ ਵੀ ਅਸੀਂ ਗੱਲ ਕੀਤੀ ਸੀ ਕਿ ਨਾਬਾਲਿਗ ਜਿਹੜੇ ਬੱਚੇ ਉਹਨਾਂ ਨੂੰ ਇਨਵੋਲਵ ਕੀਤਾ ਜਾਂਦਾ ਹੈ, ਇਹ ਵੀ ਇੱਕ ਬਹੁਤ ਕਹਿ ਸਕਦੇ ਗੰਭੀਰ ਮੁੱਦਾ ਹੈ। ਉਸ ਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਦੇਖੋ, ਕਾਉਂਸਲਿੰਗ ਤਾਂ ਆਬਵੀਅਸ ਕਰਦੇ ਆ ਲੇਕਿਨ ਕਿਤੇ ਨਾ ਕਿਤੇ ਉਹਨਾਂ ਦਾ ਜੋ ਮਾਈਂਡ ਜਿਹੜਾ ਹੈ ਉਹ ਬ੍ਰੇਨ ਵਾਸ਼ ਕੀਤਾ ਜਾਂਦਾ ਹੈ, ਉਸ ਨੂੰ ਲੈ ਕੇ ਪੰਜਾਬ ਪੁਲਿਸ ਕਿਸ ਤਰ੍ਹਾਂ ਕੰਮ ਕਰੂ? देखो जी, जब मैं पहले किया कि एवरी परसन है इज़ रिस्पॉन्सिबल फॉर हिज एक्शंस, सो ताई मैं थोनों पहले कहता सीगा कि साडा बड़ा इस मैं चाहांगा कि पंजाब दा यूथ मेन स्ट्रीम च आवे, गेनफुल एम्प्लॉयमेंट वाल जावे, क्योंकि जिहड़ा क्राइम डज नॉट पे। सो मैं बच्चों को दसना चाहांगा कि इन्हां दे झांसियां विच ना आओ। ये जिहड़े गैंगस्टर्स हैगे आप बाहर बैठे हैं, थोनों ये सब्जबाग दिखाते हैं, थोनों एक्सप्लॉयट करते हैं, सो प्लीज़ डोंट फॉल इन द ट्रैप ऑफ दीज पीपल। तो अदरवाइज ਤੁਸੀਂ क्राइम करोगे तो क्राइम के जिम्मेवार बनो। सबसे ज्यादा इम्पोर्टेंट है कि गैंगस्टर्स के लिए सिर्फ है या फिर कई सारे शहरों में जो पिटी क्राइम्स होते हैं, जो छोटे मोटे स्नैचिंग, सबसे ज्यादा लोग उससे ज्यादा प्रभावित होते हैं, तो उसको लेकर भी क्या इसी में डील किया जाएगा या कोई अलग कोर्स ऑफ एक्शन आप लोग ले रहे हैं? नहीं, ये तो स्पेसिफिक अभी हम इसको डाइल्यूट नहीं करना चाहते हैं, तो ये अभी ये जो हमारा कैंपेन है ये गैंगस्टर पे फोकस्ड है। पर आपका पॉइंट बड़ा वेल है कि जो जिस तरह के क्राइम से लोगों को इनकन्वीनियंस होती है, स्नैचिंग्स है, इस तरह के क्राइम पे भी हम फोकस करेंगे। गैंगस्टर के खिलाफ तो आप कार्रवाई कर रहे हैं, लेकिन जो इलीगल वेपन जो है पंजाब में आ रहे हैं खासकर बॉर्डर एरियाज में, उसको लेकर कैसे उसके, क्योंकि सारा सिस्टम जो चल रहा है वो तो इलीगल वेपन से चल रहा है।
नहीं, बात आपकी ठीक है, ड्रोन से इलीगल वेपन्स आ रहे हैं। जैसे मैंने पहले बताया था कि 400 से ज़्यादा वेपन्स हमने 2025 में रिकवर किए। हिंटरलैंड से भी ये बन के आते हैं, मध्य प्रदेश से मोस्टली। तो एक तो बेटर इंटेलिजेंस, ज़्यादा सीजर्स हों, एक तो ये हमारे एफर्ट है, और एंटी ड्रोन सिस्टम्स हम और लगा रहे हैं। बीएसएफ से हमारा तालमेल है, तो हम कोशिश ये कर रहे हैं कि सेकेंड लाइन ऑफ डिफेंस पे सीसीटीवी कैमरे हमारे तैयार हो गए हैं। फाजिलका फिरोजपुर सेक्टर में वो काम कर रहे हैं। You have repeatedly said that these gangsters have interstate network also. हरियाणा के गैंगस्टर भी इन्वॉल्व है, राजस्थान के भी इन्वॉल्व है। तो आज जो रेड्स हो रही हैं वो आउट ऑफ स्टेट भी हो रही हैं? आउट ऑफ स्टेट भी रेड्स हो रही है, आउट ऑफ स्टेट भी होਣਗੀ। ਅਸੀਂ ਉਹਨਾਂ ਨੂੰ ਵੀ ਆਇਡੈਂਟੀਫਾਈ ਕੀਤਾ। ਇਟ ਇਜ਼ ਅ ਵੈਰੀ ਇੰਟੈਲੀਜੈਂਟ ਕੁਐਸਚਨ, ਐਂਡ ਐਜ਼ ਆਈ ਸੈਡ ਕਿ ਤੁਸੀਂ ਕ੍ਰਾਈਮ ਪੰਜਾਬ ਦੇ ਵਿੱਚ ਜੇ ਕ੍ਰਾਈਮ ਕਰੋਗੇ, ਤੁਸੀਂ ਕਿਤੇ ਵੀ ਹੋਗੇ, ਅਸੀਂ ਤੁਹਾਨੂੰ ਨਹੀਂ ਛੱਡਾਂਗੇ। ਜੇ ਗੈਂਗਸਟਰ बेंगलोर बैठा है या कैलकाटा बैठा है या मुंबई बैठा है, पंजाब पुलिस हर उस थां तक जाऊगी, पंजाब पुलिस बाहर भी जाऊगी। सर 1200 लोग को आइडेंटिफाई किए हैं, जो 60 मेंबर जो फॉरेन से ऑपरेट कर रहे हैं, 1200 लोगों को आइडेंटिफाई कर लिए जो आज ऑपरेशन चला रहे हैं, अभी उसमें आइडेंटिफिकेशन चल रही है। भाई ये आइडेंटिफाइड और मैप्ड हैं। गुरप्रीत जी टूल्स ऑफ द ट्रेड मान साहब नहीं बताएंगे, तो बट इन्होंने आइडेंटिफाई करके ये एक बहुत फोकस्ड, मैं डिस्टिंग्विश करना चाहूँगा कि ये गैंगस्टਰਾਂ ਤੇ ਵਾਰ एक जंग है, साड़ी लड़ाई है। उसका ये शुरुआत है, आगाज़ है। उसका एक पहला ऑपरेशन है, असी 72 घंटे का एक फोकस्ड ऑपरेशन कह लो, यदा पहला चरण है। सो असी दोबारा इस तरह के ऑपरेशन करांगे या कोई होर ऑपरेशन करांगे, डिपेंडिंग ऑन कि सानू किस तरह का एक्शन गैंगस्टर। आपने जो पंजाब में जो आइडेंटिफाई किया है, कुछ मेन ऐसे स्पॉट होंगे जो ज्यादा हाईलाइटेड है, जहाँ पे ज्यादा लोग आपको देखने को मिले हैं, ऐसे जो आइडेंटिफाई। नहीं मैडम, मेनली ये हमारे, मैंने देखा बॉर्डर डिस्ट्रिक्ट्स में ज़्यादा हैं। तो जैसे तरन तारन, अमृतसर, गुरदासपुर, ये एरिया है जिसमें थोड़ी इनका सब ज़्यादा तादाद में। अदरवाइज़ ये हमारा स्टेट लेवल, आउटसाइड स्टेट भी, जैसे रविंदर जी ने पॉइंट आउट किया, तो ये हमारा पैन इंडिया ऑपरेशन, जिसमें तकरीबन 80% लोग पंजाब में हैं, 80 से 85% तक। कुछ इनके लोग गैंगस्टर बाहर हैं, वो आउट ऑफ स्टेट रेट्स भी होंगे। सर ਜਿਹੜੀਆਂ ਫਰੋਤੀ ਦੀਆਂ ਕੋਲਾਂ ਆਉਂਦੀਆਂ ਨੇ, ਰੈਂਸਮ ਮੰਗੀ ਜਾ ਰਹੀ, ਉਹ ਬਹੁਤ ਜ਼ਿਆਦਾ ਵਧੀ ਹੋਈ ਹੈ। ਮਾਂਜਾ ਮਾਰਾ ਦੁਆਬਾ ਲੱਗ ਲੱਗ ਹੈ, ਛੋਟੀ ਵੀ ਚੀਜ਼ ਗੱਡੀ ਲਵੇ ਤਾਂ ਵੀ ਹੈ, ਉਹਨੂੰ ਕਿਵੇਂ ਕਰੋਗੇ? ਜ਼ੀਰੋ ਟੋਲਰੈਂਸ ਫॉर ਫਿਰੌਤੀ, ਜ਼ੀਰੋ ਟੋਲਰੈਂਸ ਫॉर ਐਨੀ ਕਾइंड ਆਫ ਕ੍ਰਿਮੀਨਲ ਐਕਟੀਵਿਟੀ। ਸਾਡਾ ਅੱਜ ਪਰਪਸ ਇਹ ਜਿਹੜੀ ਅਸੀਂ ਗੈਂਗਸਟਰਾਂ ਤੇ ਵਾਰ ਕਰ ਰਹੇ ਹਾਂ, ਇਹੀ ਪਰਪਸ ਹੈ। ਲੋਕਾਂ ਨੂੰ ਅਸੀਂ ਇੱਕ ਜਿਹੜਾ ਕਹ ਲੋ ਨਿਰਭੈ ਬਣਾਉਣਾ ਚਾਹੁੰਦੇ। ਤੁਸੀਂ ਨਿਡਰ ਹੋ, ਸਾਡੇ ਕੋਲ ਆਓ, ਦੱਸੋ। ਸਾਡੀ ਐਂਟੀ ਗੈਂਗਸਟਰ ਹੈਲਪਲਾਈਨ ਹੈਗੀ, ਅਸੀਂ ਇਕੱਠੇ, ਮੈਂ ਲੋਕਾਂ ਤੋਂ ਸਿਰਫ ਬਾਕੀ ਕੰਮ ਅਸੀਂ ਕਰ ਦਾਂਗੇ, ਸਾਨੂੰ ਇਨਫੋਰਮੇਸ਼ਨ ਜ਼ਰੂਰ ਦਿਓ ਜੀ। सर एक सवाल मेरा है सर कि ये आप सर मैं सर मोहित from अमरोहा जा रहा हूं। सर ये पूरा जो मॉड्यूल है गैंगस्टर्स के खिलाफ जो आप मुहिम शुरू कर रहे हैं, कर दी है ऑपरेशन प्रहार आपने, क्या सर अभी तक की जांच में ये भी सामने आया कि सिर्फ ये गैंगस्टर तक ही सीमित है, क्या क्रॉस बॉर्डर टेररिज्म का भी कोई नया मॉड्यूल पंजाब में हो रहा है? क्या गैंगस्टर प्लस टेररिज्म, ये इस लिंक का भी सर कहीं खुलासा आपको? नहीं, ये तो देखिए, ये इनफैक्ट रैदर मैं, आपने जो कहा बहुत सही कहा है। एक स्टेप आगे जाके कहूँगा कि ये निक्सस 3 चीज़ों का है, ट्रांस बॉर्डर नारकोटिक स्मगलर्स, गैंगस्टर्स और टेरर मॉड्यूल्स। पर अभी हमने इस ऑपरेशन में हम टोटली, हमारा फोकस गैंगस्टर्स पे है, तो हमने प्योरली गैंगस्टर्स नेटवर्क को टारगेट किया। ज़ीरो टॉलरेंस जी, ज़ीरो टॉलरेंस। मैं ये कहना चाहूँगा, कोई पुलिस ऑफिसर अगर मिक्सअप होगा, कोई भी, उसके ही इज़ नो लेस देन अ गैंगस्टर, उसके साथ वही सलूक किया जाएगा जो गैंगस्टर के साथ किया जाएगा। सो कोई टॉलरेंस नहीं है। हमें अगर एज पर दी सिचुएशन किसी को 311 में डिसमिस करना है, किसी पुलिस ऑफिसर को गिरफ्तार करना है, हम इससे गुरेज नहीं करेंगे। यादव साहब, जिवें तुसीं दस्सिया भी कोई ਜਿਹੜੇ ਜਾ ਰਹੇ ਨੇ ਗਨ ਕਲਚਰ ਦੇ ਵੱਲ ਮੇਨ ਸਟ੍ਰੀਮ 'ਚ ਅਸੀਂ ਲਿਆਉਣ ਦੀ ਕੋਸ਼ਿਸ਼ ਵੀ ਕਰਾਂਗੇ। ਕਈ ਕੇਸਾਂ 'ਚ ਵੀ ਹੈ ਕਿ 17-18 ਸਾਲ ਦਾ ਮੁੰਡਾ ਸੀ, ਪਹਿਲਾਂ ਹੀ ਕਿਤੇ ਉਹ ਕਿਸੇ ਇਨਫਲੂਐਂਸ ਦੇ ਵਿੱਚ ਆ ਗਿਆ, ਕਿਸੇ ਗੈਂਗਸਟਰ ਤੇ ਸਿੱਧਾ ਹੀ ਜਾ ਕੇ ਉਹਨੇ ਪਹਿਲਾਂ ਕੇਜੀ ਸਫਾਰੀ ਕਲਿੰਗ ਦਾ ਕਰਦੇ ਆ। ਇਹ ਵੀ ਹਲੇ 17 ਸਾਲ ਹੈ, ਅੰਡਰ ਏਜ ਹੈਗਾ। ਇਹ ਜਿਹਾ ਨੂੰ ਕੋਈ ਲੀਨੀਅੰਟ ਰਹੇਗਾ ਉਹਨਾਂ ਦਾ? एज पर लॉ देखो, जिसने क्राइम करता हैगा, फिर एज पर लॉ करना पेगा जी। वो देर आर मतलब लॉ ਦੇ ਵਿੱਚ ਪ੍ਰੋਵੀਜ਼ਨਸ ਹੈਗੇ। ਡੀ ਸਾਹਿਬ, ਜਦੋਂ ਵੀ ਗੈਂਗਸਟਰ ਦਾ ਜ਼ਿਕਰ ਆਉਂਦਾ ਹੈ, ਪੋਲੀਟੀਕਲ ਸੰਰਕਸ਼ਣ ਦੀ ਵੀ ਗੱਲ ਆਉਂਦੀ ਹੈ। ਪਿਛਲੇ ਸਮਾਂ ਦੇ ਵਿੱਚ ਇਹ ਵੀ ਗੱਲਾਂ ਆਈਆਂ ਸੀ ਕਿ ਨੈਕਸਸ ਦੇ ਤੌਰ ਤੇ ਕੰਮ ਚੱਲ ਰਿਹਾ ਸੀ।
ਹੁਣ ਤੁਹਾਡੀ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਇਸ ਤਰ੍ਹਾਂ ਦੀ ਗੱਲਾਂ ਆਈਆਂ ਨੇ ਕਿ ਕਿਤੇ ਪੋਲੀਟੀਕਲ ਲਿੰਕ ਹੋਣ ਇਹਨਾਂ ਦੇ ਨਾਲ ਔਰ ਉਹ ਇਹਨਾਂ ਦੀ ਸਰਪ੍ਰਸਤੀ ਕਰ ਰਹੇ ਨੇ? ਨਹੀਂ, ਕੋਈ ਸਾਹਮਣੇ ਨਹੀਂ। ਇਨਫੈਕਟ ਮੈਂ ਦੱਸ, ਜੇ ਇਹ ਤੇ ਸਾਡਾ ਹੁਣ ਸ਼ੁਰੂ ਹੋ ਰਿਹਾ ਕੰਸਰਟਡ, ਜੇ ਸਾਡਾ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਚੱਲ ਰਿਹਾ ਬਹੁਤ ਕਾਮਯਾਬ, ਉਸ ਦੇ ਵਿੱਚ ਮੈਂ ਬਿਲਕੁਲ ਸਪਸ਼ਟ ਕਹਿ ਸਕਦਾ, ਮਤਲਬ ਰੈਦਰ ਐਜ਼ ਕਟਿੰਗ ਅਕ੍ਰੋਸ, ਮਤਲਬ ਵੀ ਆਰ ਪ੍ਰੋਫੈਸ਼ਨਲਸ, ਸਾਨੂੰ ਕਦੀ ਕਿਸੇ ਪੋਲੀਟੀਕਲ ਕੋਈ ਇੰਟਰਫੇਰੈਂਸ ਨਹੀਂ ਆਈ। ਸੋ ਮੈਨੂੰ ਨਹੀਂ ਲੱਗਦਾ ਕਿ ਇਸ ਦੇ ਵਿੱਚ ਵੀ ਕੋਈ ਇੰਟਰਫੇਰੈਂਸ ਆਊਗੀ, ਕਿਉਂਕਿ ਇਹ ਤਾਂ ਪੰਜਾਬ ਲਈ ਹੈ, ਪੰਜਾਬ ਦੀ ਬਿਹਤਰੀ ਲਈ ਹੈ, ਪੰਜਾਬ ਨੂੰ ਹੋਰ ਸੁਰੱਖਿਅਤ ਤੇ ਸੇਫ ਬਣਾਉਣ ਲਈ। ਰਾਜਨੀਤੀ ਕੋਈ ਬੰਦੇ ਦਾ ਡਰੱਗ ਦੇ ਵਿੱਚ ਜਾਂ ਗੈਂਗਸਟਰ ਦੇ ਨਾਲ ਲਿੰਕ ਸਟੈਬਲਿਸ਼ ਹੋ ਪਾਇਆ ਕਿਸੇ ਵੀ ਪੁਰਾਣੇ ਲੀਡਰ ਦਾ ਜਾਂ ਸਿਟਿੰਗ ਲੀਡਰ ਦਾ? ਨਾਟ ਟੂ ਮਾਈ ਨੌਲੇਜ। ਡੀਜੀ ਸਾਹਿਬ ਜਿਹੜੀ 328 ਸਰੂਪਾਂ ਦੀ ਸਿੱਟ ਬਣਾਈ ਹੈ, ਕੱਲ ਹਰਪਾਲ ਚੀਮਾ ਜੀ ਉੱਥੇ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਵੀ ਸਿੱਟ ਵੱਲੋਂ ਜਿਹੜੀ ਇਨਫੋਰਮੇਸ਼ਨ ਦਿੱਤੀ ਗਈ ਸੀ ਉਹ ਮਿਸਕਮਿਊਨੀਕੇਸ਼ਨ ਸੀ, ਔਰ ਮੁੱਖ ਮੰਤਰੀ ਸਾਹਿਬ ਨੇ ਉਹੀ ਦਾਵਾ ਜਿਹੜਾ ਹੈ ਮੰਨ ਕੇ ਕੀਤਾ। ਦੇਖੋ, ਮੈਂ ਇਸ ਵਿਸ਼ਾ ਤੇ ਕਮੈਂਟ ਨਹੀਂ ਕਰਾਂਗਾ, ਕਿਉਂਕਿ ਅੱਜ ਦੀ ਪ੍ਰੈਸ ਕਾਨਫਰੰਸ ਦਾ ਫੋਕਸ ਹੈਗਾ ਗੈਂਗਸਟਰਸ ਤੇ ਐਕਸ਼ਨ, ਗੈਂਗਸਟਰਸ ਤੇ ਵਾਰ, ਸੋ ਮੈਂ ਉਸ ਤੇ ਫੋਕਸ ਕਰਾਂਗਾ। ਸਰ, ਕਿਉਂਕਿ ਅੱਜਕੱਲ ਜਿੱਦਾਂ ਮੇਰੇ ਸਹਿਯੋਗੀ ਨੇ ਵੀ ਦੱਸਿਆ ਕਿ ਅੱਜਕੱਲ ਜਿਹੜੀ ਕਾਲਸ ਆਉਂਦੀ ਹੈ ਫਿਰੋਤੇ, ਇਹਦੇ ਵਿੱਚ ਬੜਾ ਅਹਿਮ ਹੈ ਕਿ ਵਰਚੁਅਲ ਨੰਬਰ ਯੂਜ਼ ਕਰਦੇ ਆ ਜਾਂ ਫਿਰ ਵਿਦੇਸ਼ੀ ਨੰਬਰ ਯੂਜ਼ ਕਰਦੇ ਆ, ਉਹਦੇ ਵਿੱਚ ਤੁਹਾਡਾ ਸਾਈਬਰ ਸੈੱਲ ਆਈਟੀ ਕਿਸ ਤਰ੍ਹਾਂ ਕੰਮ ਕਰ ਰਿਹਾ, ਕਿਉਂਕਿ ਉਸ ਨੂੰ ਆਇਡੈਂਟੀਫਾਈ ਕਰਨਾ ਹੈ, ਉਹਨੂੰ ਟ੍ਰੇਸ ਕਰਨਾ ਬਹੁਤ ਹੀ ਔਖਾ ਹੁੰਦਾ ਹੈ, ਜਿਸ ਕਰਕੇ ਉਹਨਾਂ ਦੇ ਹੌਸਲੇ ਇੰਨੇ ਬੁਲੰਦ ਹੈ ਕਿ ਉਹ ਕੰਟੀਨਿਊ ਜਿਹੜਾ ਹੈਗਾ ਇਸ ਤਰ੍ਹਾਂ ਦੀ ਕਾਲਾਂ ਕਰਦੇ ਆ। ਨਹੀਂ, ਤੁਹਾਡੀ ਗੱਲ ਠੀਕ ਹੈ ਕਿ ਵਿੱਚੋਂ ਜਿਵੇਂ, ਸੋ ਇਹਦੇ ਟੈਕਨੀਕਲ ਟੂਲਸ ਵੀ ਹੈਗੇ, ਕਈ ਵਾਰੀ ਅਸੀਂ ਇਹ ਬ੍ਰੇਕ ਥਰੂ ਕਰ ਲੈਂਦੇ ਹਾਂ। ਜਿਵੇਂ ਮੈਂ ਦੱਸਣਾ ਚਾਹਾਂਗਾ ਕਿ ਹਜੇ ਮਤਲਬ ਆਈ ਸ਼ੁੱਡ ਨਾਟ ਸੇ ਇਟ, ਬਟ ਸਾਨੂੰ ਕਾਫੀ ਸਕਸੈਸ ਮਿਲ ਗਈ ਹੈ ਜਿਹੜੀ ਇਹ ਈਮੇਲਸ ਆ ਰਹੀਆਂ ਸੀ, ਮਤਲਬ ਉਹ ਇਨਵੈਸਟੀਗੇਸ਼ਨ ਕਾਫੀ ਇੱਕ ਡਿਫਿਕਲਟ ਇਨਵੈਸਟੀਗੇਸ਼ਨ ਸੀ ਜਿਹੜੀ ਉਹ ਮਤਲਬ ਫਾਈਨਲ ਸਟੇਜਸ ਤੇ ਹੈ। ਮੈਂ ਉਸ ਦੇ ਬਾਰੇ, ਸੋ ਇਟ ਵਾਸ ਵੈਰੀ ਚੈਲੰਜਿੰਗ। ਟੋਰ ਨੈਟਵਰਕ ਯੂਜ਼ ਕਰਦੇ ਹੈ, ਵਰਚੁਅਲ ਪ੍ਰਾਈਵੇਟ ਨੈਟਵਰਕਸ ਯੂਜ਼ ਹੁੰਦੇ ਹੈ, ਪ੍ਰੋਕਸੀਜ਼ ਯੂਜ਼ ਹੁੰਦੀਆਂ, ਸੋ ਉਹਦੇ ਵੀ ਹੈਵ ਦ ਟੂਲਸ। ਸੋ ਇਟ ਇਜ਼ ਨਾਟ 100% ਕਿ ਤੁਸੀਂ ਉਸ ਚੀਜ਼ ਨੂੰ ਬ੍ਰੇਕ ਕਰ ਲੋਗੇ। ਕਈ ਵਾਰੀ ਸਾਨੂੰ ਕਾਮਯਾਬੀ ਮਿਲ ਜਾਂਦੀ ਹੈ, ਕਈ ਵਾਰੀ ਕਾਮਯਾਬੀ ਨਹੀਂ ਮਿਲਦੀ ਹੈ, ਬਟ ਯੈਸ, ਤੁਸੀਂ ਬਿਲਕੁਲ ਸਹੀ ਪੁਆਇੰਟ ਆਊਟ ਕੀਤਾ ਹੈ, ਦਿਸ ਇਜ਼ ਅ ਮੇਜਰ ਚੈਲੰਜ। ਪਰ ਹੁਣ ਸਾਡੇ ਕੋਲ ਵੀ ਇਹਦੇ ਤਰੀਕੇ ਹੈਗੇ, ਜਿਵੇਂ ਜਿਹੜਾ ਸਾਡੇ ਕੋਲ ਬਾਹਰਲਾ ਨੰਬਰ ਆ ਜਾਂਦਾ ਹੈ, ਉਹਨੂੰ ਜਿਹਨੂੰ ਆਪਾਂ ਰਿਵਰਸ ਆਈਪੀ ਕਹਿੰਦੇ ਹਾਂ, ਉਹਦੀ ਅਸੀਂ ਰਿਵਰਸ ਆਈਪੀ ਲੈ ਲੈਂਦੇ ਹਾਂ। ਉਹਨੇ ਇੱਥੇ ਕਿਸ ਨੂੰ ਟੱਚ ਕੀਤਾ ਹੈ, ਸਾਡੇ ਕੁਝ ਕੰਸਟ੍ਰੇਂਟਸ ਹੈ, ਉਸ ਨੰਬਰ ਦੀ ਸਾਨੂੰ IPDR ਨਹੀਂ ਮਿਲ ਸਕਦੀ, ਕਿਉਂਕਿ ਸੋ ਇਸ ਤਰ੍ਹਾਂ ਦੇ ਕੰਸਟ੍ਰੇਂਟਸ ਹੈਗੇ, ਪਰ ਵਿਦਿਨ ਦੀ ਲਿਮਿਟੇਸ਼ਨ ਸਾਡੇ ਕੋਲ ਵੀ ਟੈਕਨੀਕਲ ਟੂਲਸ ਹੈਗੇ ਇਸ ਨੂੰ ਟ੍ਰੇਸ ਕਰਨ ਲਈ। ਸਰ, ਜਿੱਦਾਂ ਤੁਸੀਂ ਬਾਹਰਲੇ ਗੈਂਗਸਟਰਸ ਦੀ ਗੱਲ ਕੀਤੀ ਹੈ, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਕਿਸ ਤਰੀਕੇ ਦੇ ਨਾਲ ਤਾਲਮੇਲ ਬਣਾਇਆ ਜਾਊਗਾ, ਕਿਉਂਕਿ ਪਿਛਲੀਆਂ ਜਿਹੜੀਆਂ ਐਕਸਪੈਡੀਸ਼ਨਸ ਵੀ ਹੋਈਆਂ ਨੇ, ਤੇ ਭਾਵੇਂ ਅਜ਼ਰਬਾਈਜਾਨ ਤੋਂ ਕਿਸੇ ਗੈਂਗਸਟਰ ਨੂੰ ਲੈ ਕੇ ਆਉਣਾ ਹੋਵੇ ਜਾਂ ਹੋਰ ਵੀ ਚੀਜ਼ਾਂ ਹੋਣ, ਉਸ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਕੋਆਰਡੀਨੇਸ਼ਨ ਜਿਹੜਾ ਹੈ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨਾਲ ਤੁਹਾਡਾ ਬਣੂਗਾ, ਕਿਉਂਕਿ ਸਪਲਾਈ ਜਿਹੜੀ ਹੈ ਇਹਦੇ ਨਾਲ ਦੋ ਚੀਜ਼ਾਂ ਹੈ ਜੀ। ਮੈਂ ਨਾ, ਇੱਕ ਤੇ ਡਿਪੋਰਟੇਸ਼ਨ ਹੁੰਦੀ ਹੈ। ਡਿਪੋਰਟੇਸ਼ਨ ਥੋੜਾ ਸੌਖਾ ਪ੍ਰੋਸੈਸ ਹੈ, ਕਿਉਂਕਿ ਡਿਪੋਰਟੇਸ਼ਨ ਤੇ ਤੁਸੀਂ ਇਹ ਸਾਬਿਤ ਕਰਨਾ ਹੁੰਦਾ ਹੈ ਕਿ ਇਹ ਇੰਡੀਅਨ ਨੈਸ਼ਨਲ ਹੈ। ਸੋ ਬਹੁਤ ਸਾਰੇ ਲੋਕ ਜਿਹੜੇ ਫੇਕ ਪੇਪਰਸ ਤੇ ਗਏ ਹੈਗੇ ਉਹਨਾਂ ਨੂੰ ਡਿਪੋਰਟ ਕਰਾਇਆ ਜਾਂਦਾ। ਜਿਹੜੇ ਐਕਸਟ੍ਰਾਡੀਸ਼ਨ ਹੈ ਕਿ ਜਿਨ੍ਹਾਂ ਨੂੰ ਅਸੀਂ ਉੱਥੇ ਅਰੈਸਟ ਵਾਰੰਟ ਐਗਜ਼ੀਕਿਊਟ ਕਰਕੇ ਫਿਰ ਉੱਥੇ ਲੀਗਲ ਪ੍ਰੋਸੈਸ ਦੇ ਥਰੂ ਆਉਂਦੇ ਆ। ਸੋ ਐਕਸਟ੍ਰਾਡੀਸ਼ਨ ਇਜ਼ ਮੋਰ ਚੈਲੰਜਿੰਗ ਦੈਨ ਡਿਪੋਰਟੇਸ਼ਨ। ਸਰ, ਜਿਹੜੇ ਵੱਖ-ਵੱਖ ਜ਼ਿਲ੍ਹਿਆਂ 'ਚ ਸਰ ਜਿਹੜੀ ਈਮੇਲ ਥ੍ਰੈਟ ਦੀ ਆਈ ਸੀ ਸਰ, ਸੈਕਟਰੀਏਟ, ਮਿਨੀ ਸੈਕਟਰੀਏਟ ਦੇ ਸਕੂਲਾਂ, ਉਹਦੀ ਇਨਵੈਸਟੀਗੇਸ਼ਨ ਉਹਦੀ ਚੱਲ ਰਹੀ ਹੈ ਮੋਹਿਤ ਜੀ, ਤੇ ਬਟ ਇਟ ਇਜ਼ ਮਤਲਬ ਇਨ ਅ ਫਾਈਨਲ, ਮਤਲਬ ਵੀ ਹੈਵ ਅਚੀਵਡ ਅ ਬ੍ਰੇਕ ਥਰੂ ਇਨ ਦੈਟ ਇਨਵੈਸਟੀਗੇਸ਼ਨ। ਮੈਂ ਤਾਂ ਸਿਰਫ ਇਹਨਾਂ ਦਾ ਸਵਾਲ ਸੀ ਉਸ ਕੰਟੈਕਸਟ 'ਚ ਕਹਿ ਰਿਹਾ ਸੀ ਕਿ ਇਹ ਚੈਲੰਜਿੰਗ ਹੈ, ਤਾਂ ਪੁਆਇੰਟ ਬੜਾ ਅੱਛਾ ਇਹਨਾਂ ਨੇ ਉਠਾਇਆ ਸੀਗਾ। ਮੈਂ ਕੰਪਲੀਟ, ਤੇ ਇਹਦੇ ਦੋ ਚੈਨਲ ਹੁੰਦੇ ਆ ਸਾਡੇ, ਜਿਵੇਂ ਇੱਕ ਤੇ ਥਰੂ CBI, ਜਿਵੇਂ ਜਿਹਨੂੰ ਹਰ ਦੇਸ਼ ਨੇ ਇੱਕ ਨੈਸ਼ਨਲ ਕੰਟਰੋਲ ਬਿਊਰੋ ਬਣਾਇਆ ਹੈਗਾ ਇੰਟਰਪੋਲ ਲਈ। ਸੋ ਇੱਕ ਸਾਡਾ ਇੰਟਰਪੋਲ ਰੂਟ ਹੁੰਦਾ ਹੈ, ਇੱਕ ਥਰੂ ਮਿਨਿਸਟਰੀ ਆਫ ਹੋਮ ਅਫੇਅਰਸ ਅਸੀਂ ਪੰਜਾਬ ਸਰਕਾਰ ਦੇ ਥਰੂ ਲਿਖਦੇ ਹਾਂ। ਸੋ ਪੰਜਾਬ ਸਰਕਾਰ ਦੇ ਥਰੂ MHA, ਕਿਉਂਕਿ ਸਾਡੀ ਨੋਡਲ ਮਿਨਿਸਟਰੀ MHA ਹੈਗੀ, ਥਰੂ MHA MEA ਦੇ ਥਰੂ ਹੁੰਦਾ। ਸੋ ਉਹ ਦੋਵੇਂ ਚੈਨਲਸ ਅਸੀਂ ਯੂਜ਼ ਕਰਦੇ ਹਾਂ। ਜੀ ਸਰ, 26 ਜਨਵਰੀ ਨੂੰ ਲੈ ਕੇ ਜਿਹੜੇ ਸ਼ੇਅਰ ਕੀਤੇ ਹੈ ਕਾਊਂਟਰ ਇੰਟੈਲੀਜੈਂਸ ਤੇ ਸੁਰੱਖਿਆ ਏਜੰਸੀ ਨੂੰ ਲੈ ਕੇ, ਉਸ ਨੂੰ ਲੈ ਕੇ ਵੀ ਕੋਈ ਕੰਮ ਕੀਤਾ ਜਾ ਰਿਹਾ ਹੈ, ਜਿਹੜੇ ਵੀ ਨਹੀਂ, ਪੰਜਾਬ ਪੁਲਿਸ ਪੂਰੀ ਤਰ੍ਹਾਂ ਅਲਰਟ ਹੈਗੀ, ਸਜਗ ਹੈ, ਤੇ ਅਸੀਂ 26 ਜਨਵਰੀ ਅਸੀਂ ਪ੍ਰੀਵੈਂਟਿਵ ਜਿਹੜੇ ਸਾਡੇ ਏਰੀਆ ਡੋਮੀਨੇਸ਼ਨ, ਪਬਲਿਕ ਪਲੇਸਿਸ 'ਤੇ ਚੈਕਿੰਗ ਕਰਾਂਗੇ। ਅਸੀਂ ਕੋਈ ਵੀ, ਇਨਫੈਕਟ ਅਸੀਂ ਬਾਰਡਰ ਸੈਕੰਡ ਲਾਈਨ ਆਫ ਡਿਫੈਂਸ BSF ਨਾਲ ਸਾਡਾ ਤਾਲਮੇਲ ਹੈਗਾ, ਅਸੀਂ ਉਸ ਪਾਸੇ ਵੀ ਅਸੀਂ ਧਿਆਨ ਰੱਖਿਆ ਹੈ ਕਿ ਕੋਈ ਇੰਟਰੂਜਨ ਦਾ ਖਤਰਾ ਜਾਂ ਡਰੋਨ ਮੂਵਮੈਂਟ ਨਾ ਵਧੇ। ਸੋ ਉਹ ਅਸੀਂ ਫੁੱਲੀ ਅਲਰਟ ਤੇ ਐਕਟਿਵ ਹੈਗੇ ਕਿ ਪੰਜਾਬ ਦੇ ਵਿੱਚ ਅਸੀਂ ਪੀਸ ਐਂਡ ਹਾਰਮਨੀ ਬਣਾ ਕੇ ਰੱਖਾਂਗੇ। ਜੀ ਸਰ, ਇੱਕ ਪਿੱਛੇ ਜੇ ਸ਼ਾਰਪੀ ਘੁੰਮਣ ਓਮਕਾਰ ਸਿੰਘ ਇਹ ਪਕੜੇ ਗਏ ਸੀ, ਜਿਹੜੇ ਲੀਗਲ ਇਮੀਗ੍ਰੇਸ਼ਨ ਚਲਾ ਰਹੇ ਸੀ, ਗੈਂਗਸਟਰਾਂ ਦੇ ਪਾਸਪੋਰਟ ਵਗੈਰਾ ਬਣਾਉਂਦੇ ਸੀ, ਜਿਨ੍ਹਾਂ ਦੇ ਲਿੰਕੇਜ ਵੱਖ-ਵੱਖ ਸਟੇਟਾਂ ਦੇ ਵਿੱਚ ਵੀ ਸੀਗੇ। ਇਸ ਚੀਜ਼ ਨੂੰ ਲੈ ਕੇ ਕੋਈ ਆਇਡੈਂਟੀਫਾਈ ਹੋਏ ਨੇ ਹੋਰ ਕਿਹੜੇ ਚਲਾ ਰਹੇ ਨੇ ਜਿਹੜਾ ਨੈਟਵਰਕ ਸੀਗਾ? ਹਾਂਜੀ, ਮੈਂ ਸਪੈਸੀਫਿਕ ਕੇਸ ਬਾਰੇ ਫਰੈਂਕਲੀ ਮੈਂ ਅਪਡੇਟਡ ਨਹੀਂ ਹੈਗਾ, ਤੇ
ਬਟ ਅਦਰਵਾਈਜ਼ ਸਾਡੇ AGTF ਨੇ ਇੱਦਾਂ ਦੇ ਕੁਝ ਲੋਕ ਆਈਡੈਂਟੀਫਾਈ ਕੀਤੇ ਹੈਗੇ ਤੇ ਉਹਨਾਂ ਦੇ ਖਿਲਾਫ ਕਾਰਵਾਈ ਹੋਊਗੀ।